सगल भवन धारे, एक थे किए बिसथारे। पूर रहियो श्रब मह, आप है निरारे। सगल भवन धारे, एक थे किए बिसथारे। पूर रहियो श्रब मह, आप है निरारे। हर गुण नाही अंत पारे, जी जंत सब थारे। सगल को दाता एकै अलख मुरारे। आप ही धारन धारे, कुदरत है देखारे। बरन चिह्न नाही, मुख नाम सारे। जन नानक भगत दर तुल, ब्रह्म समसर। एक जी क्या बखानै, हाँ के बाल बाल, बाल बाल सद बलिहार। जन नानक भगत दर तुल, ब्रह्म समसर। एक जी क्या बखानै, हाँ के बाल बाल, बाल बाल सद बलिहार। वाहिगुरु जी का खालसा, वाहिगुरु जी की फतेह। परम सत्कारयोग सतਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਬੜੇ ਅਦਬ ਸਹਿਤ ਗੁਰੂ ਸਵਾਰਿਆਂ ਨੇ ਆਪ ਸਰਬੱਤ ਸੰਗਤ ਨੂੰ ਮਹਾਰਾਜ ਦੀ ਪਾਵਨ ਬਾਣੀ ਦਾ ਕੀਰਤਨ ਸ਼ਰਵਣ ਕਰਵਾਇਆ ਹੈ। ਸਤਿਗੁਰੂ ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੇ ਹੋਏ ਪਾਵਨ ਸਵਈਏ, ਜਿਨ੍ਹਾਂ ਦੀ ਲੜੀਵਾਰ ਕਥਾ ਵਿਚਾਰ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਆਪ ਸਰਬੱਤ ਸੰਗਤਾਂ ਨਿਤਾ ਪ੍ਰਤੀ ਸ਼ਰਵਣ ਕਰਦੀਆਂ ਹੋ। ਤੀਸਰਾ ਸਵਈਆ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮੁਬਾਰਕ ਅੰਕ 1385 ਔਰ 86 ਉੱਪਰ ਸੁਭਾਈਮਾਨ ਹੈ। ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦਿਆਂ ਹੋਇਆਂ ਉਚਾਰਨ ਕਰਦੇ ਨੇ। ਭਵਨ ਸ਼ਬਦ ਦਾ ਅਰਥ ਸਰੀਰ ਵੀ ਹੈ, ਘਰ ਵੀ ਹੈ। ਭਵਨ ਸ਼ਬਦ ਦਾ ਭਾਵ ਇਹ ਸਾਰੇ ਬ੍ਰਹਿਮੰਡ ਤੋਂ ਵੀ ਹੈ। ਜਿੰਨੇ ਵੀ ਭਵਨ ਹਨ, ਬ੍ਰਹਿਮੰਡ ਦੇ ਹਿੱਸੇ ਹਨ, ਉਹਨਾਂ ਦਾ ਭਾਵ ਵੀ ਭਵਨ ਦੇ ਅਰਥਾਂ ਵਿੱਚ ਕੀਤਾ ਜਾਂਦਾ ਹੈ। ਸਤਿਗੁਰੂ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਮੁਬਾਰਕ ਬਾਣੀ ਵਿੱਚ ਆਖਦੇ ਨੇ, ਆਸਣ ਲੋਏ ਲੋਏ ਭੰਡਾਰ। ਹੀ ਅਕਾਲ ਪੁਰਖ ਵਾਹਿਗੁਰੂ ਕੁਦਰਤ ਦੇ ਹਰ ਜ਼ਰਰੇ ਦੇ ਵਿੱਚ, ਹਰ ਹਿੱਸੇ ਦੇ ਵਿੱਚ ਤੇਰੀ ਬਖਸ਼ਿਸ਼ ਦਾ ਨੂਰ ਵਸਿਆ ਹੋਇਆ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਆਖਦੇ ਨੇ, ਜਿਤਨੇ ਵੀ ਕੁਦਰਤ ਦੇ ਹਿੱਸੇ ਹਨ, ਬ੍ਰਹਿਮੰਡ ਦਾ ਪਸਾਰਾ ਹੈ, ਬ੍ਰਹਿਮੰਡ ਦੇ ਵੱਖ-ਵੱਖ ਭਾਗ ਹਨ, ਇਹ ਸਭ ਤੇਰੇ ਹੀ ਰਚੇ ਹੋਏ ਹਨ ਔਰ ਇਹਨਾਂ ਦੀ ਰਚਨਾ ਤੂੰ ਆਪਣੇ ਇੱਕ ਵਜੂਦ ਤੋਂ ਕੀਤੀ ਹੈ। ਭਵਨ ਸ਼ਬਦ ਦਾ ਅਰਥ ਕੋਸ਼ ਦੇ ਵਿੱਚ ਘਰ ਵੀ ਕੀਤਾ ਗਿਆ ਹੈ ਕਿ ਰੱਬ ਕਿੱਥੇ ਰਹਿੰਦਾ ਹੈ, ਰੱਬ ਦਾ ਘਰ ਕੀ ਏ। ਉਸ ਬਾਬਤ ਜਦੋਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਪੜ੍ਹਦੇ ਹਾਂ ਤਾਂ ਉਸ ਵਿੱਚ ਸਤਿਗੁਰੂ ਧੰਨ ਗੁਰੂ ਅੰਗਦ ਸਾਹਿਬ ਜੀ ਦਾ ਇਹ ਪਾਵਨ ਸ਼ਲੋਕ, ਜਿਹੜਾ ਕਿ ਆਸਾ ਕੀ ਵਾਰ ਦੇ ਪਾਵਨ ਪਾਠ ਔਰ ਕੀਰਤਨ ਦੇ ਦੁਆਰਾ ਆਪ ਜੀ ਸੁਣਦੇ ਹੋ। ਇਹ ਜਗ ਸੱਚੈ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਜਿਸ ਨੂੰ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ ਸਾਰਾ ਸੰਸਾਰ ਹੀ ਉਸ ਦੇ ਰਹਿਣ ਦੀ ਥਾਂ ਹੈ, ਉਸ ਦਾ ਆਪਣਾ ਘਰ ਹੈ। ਉਹ ਇਸ ਸੰਸਾਰ ਰੂਪੀ ਘਰ ਵਿੱਚ ਵਸਿਆ ਹੋਇਆ ਹੈ। ਜਦੋਂ ਇਸ ਸਰੀਰ ਦੀ ਗੱਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਕਰਦੀ ਹੈ ਤਾਂ ਉਦੋਂ ਵੀ
ਇਹ ਖਿਆਲ ਸਤਿਗੁਰੂ ਜੀ ਪ੍ਰਗਟ ਕਰਦੇ ਨੇ ਵੀ ਇਹ ਸਰੀਰ ਰੂਪੀ ਘਰ ਜਿਹੜਾ ਹੈ ਇਹ ਅਕਾਲ ਪੁਰਖ ਵਾਹਿਗੁਰੂ ਦਾ ਇਸ ਘਰ ਵਿੱਚ ਵਾਸ ਹੈ। ਭਾਵ ਇੱਕ ਹੀ ਏ ਵੀ ਸਾਡੇ ਆਪਣੇ ਆਪੇ ਤੋਂ ਲੈ ਕੇ, ਸਾਡੇ ਆਪਣੇ ਵਜੂਦ ਤੋਂ ਲੈ ਕੇ ਸਾਰੇ ਬ੍ਰਹਿਮੰਡ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਖਦੇ ਨੇ ਇੱਕ ਹੀ ਜੋਤ ਵਿਆਪਕ ਹੈ, ਜਿਸ ਨੂੰ ਸਤਿਗੁਰੂ ਕਹਿੰਦੇ ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ, ਧਰਨ ਮਾਹੇ ਆਕਾਸ਼ ਪਯਾਲ, ਸਰਬ ਲੋਕ ਪੂਰਨ ਪ੍ਰਤਪਾਲ, ਬਨ ਤੈਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੈ ਸੰਤਰ ਮਾਹੇ, ਚਾਰ ਕੁੰਟ ਦਹ ਦਿਸ਼ੇ ਸਮਾਹੇ, ਤਿਸ ਤੇ ਭਿੰਨ ਨਹੀਂ ਕੋਠਾਉ। ਕੋਈ ਜਗ੍ਹਾ ਉਸ ਤੋਂ ਵੱਖਰੀ ਨਹੀਂ, ਉਸ ਤੋਂ ਅਲੱਗਾ ਨਹੀਂ ਜਿੱਥੇ ਉਹ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ ਸਗਲ ਭਵਨ ਧਾਰੇ, ਔਰ ਅੱਗੇ ਸ਼ਬਦ ਵਰਤਿਆ ਏਕ ਥੇਂ ਕੀਏ ਵਿਸਥਾਰੇ। ਕੇਵਲ ਆਪਣੇ ਇੱਕ ਵਜੂਦ ਤੋਂ ਏਡਾ ਵੱਡਾ ਵਿਸਥਾਰ ਪੈਦਾ ਕੀਤਾ, ਜਿਹਨੂੰ ਕਬੀਰ ਸਾਹਿਬ ਆਪਣੀ ਬਾਣੀ ਵਿੱਚ ਆਖਦੇ ਨੇ ਅਵਲ ਅੱਲਾ ਨੂਰ ਉਪਾਇਆ। ਨੂਰ ਤੋਂ, ਆਪਣੇ ਵਜੂਦ ਤੋਂ ਸਾਰੇ ਸੰਸਾਰ ਨੂੰ ਜ਼ਹੂਰ ਵਿੱਚ ਲਿਆਂਦਾ, ਇਹਨੂੰ ਪੈਦਾ ਕੀਤਾ, ਇਹਨੂੰ ਪ੍ਰਗਟ ਕੀਤਾ। ਗੁਰਬਾਣੀ ਦਾ ਇਹ ਵਿਚਾਰ ਹੈ ਵੀ ਉਸ ਕਰਤੇ ਦੀ ਰਜ਼ਾ ਚੋਂ ਹੀ ਇਹ ਸੰਸਾਰ ਦੀ ਉਤਪਤੀ ਤੇ ਪਸਾਰਾ ਪਸਰਦਾ ਹੈ, ਨਾ ਕਿ ਉਹ ਅਕਾਲ ਪੁਰਖ ਵਾਹਿਗੁਰੂ ਨੇ ਕੋਈ ਵੱਖਰੇ ਆਪਣੇ ਕਿਸਮ ਦੇ ਵਿਭਾਗ ਕਾਇਮ ਕਰ ਰੱਖੇ ਨੇ। ਜਿਵੇਂ ਕਿ ਗੁਰੂ ਨਾਨਕ ਮਹਾਰਾਜ ਦੀ ਅਸੀਂ ਪਾਵਨ ਬਾਣੀ ਪੜ੍ਹਦੇ ਹਾਂ, ਜਿਹਨੂੰ ਆਪਾਂ ਸਾਰੇ ਹੀ ਸਤਿਕਾਰ ਨਾਲ ਜਪਜੀ ਸਾਹਿਬ ਦੀ ਬਾਣੀ ਆਖਦੇ ਹਾਂ। ਉਸ ਦੀ ਪੌੜੀ ਵਿੱਚ ਮਹਾਰਾਜ ਨੇ ਇੱਕ ਪੁਰਾਤਨ ਜੋ ਖਿਆਲ ਹੈ ਕੁਦਰਤ ਦੀ ਬਣਾਵਟ ਬਾਰੇ, ਉਸ ਨੂੰ ਰੱਦ ਕੀਤਾ ਹੈ, ਖੰਡਨ ਕੀਤਾ ਹੈ। ਤੇ ਖੰਡਨ ਕਰਨ ਦੇ ਪਿੱਛੇ ਜੋ ਤਰਕ, ਜੋ ਵਿਚਾਰ ਸਤਿਗੁਰੂ ਗੁਰੂ ਨਾਨਕ ਮਹਾਰਾਜ ਨੇ ਪੇਸ਼ ਕੀਤਾ ਹੈ, ਉਹ ਉਸੇ ਵਿਚਾਰ ਦੀ ਹੀ ਵਿਆਖਿਆ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਇੱਥੇ ਕਰਦੇ ਨੇ। ਉਹ ਖਿਆਲ ਇਹ ਸੀ ਵੀ ਤ੍ਰੈ ਦੇਵ ਦੀ ਵਿਚਾਰਧਾਰਾ, ਤਿੰਨ ਦੇਵ, ਜਿਸ ਨੂੰ ਓਮ ਸ਼ਬਦ ਨਾਲ ਜੋੜ ਕੇ ਵੀ ਪੁਰਾਣੇ ਵਿਦਵਾਨ ਜਿਹੜੇ ਸਨ ਵਿਆਖਿਆ ਦਿੰਦੇ ਸਨ, ਅੱਜ ਵੀ ਦਿੰਦੇ ਨੇ, ਵੀ ਜਦੋਂ ਅਸੀਂ ਓਮ ਸ਼ਬਦ ਉਚਾਰਦੇ ਹਾਂ ਤਾਂ ਤ੍ਰੈ ਦੇਵ ਦੀ ਉਪਾਸਨਾ ਹੋ ਜਾਂਦੀ ਹੈ, ਬ੍ਰਹਮਾ ਦੀ, ਵਿਸ਼ਨੂੰ ਦੀ ਔਰ ਸ਼ਿਵ ਦੀ। ਔਰ ਇਹ ਉਸ ਮਿਥਿਹਾਸਕ ਵਿਚਾਰਧਾਰਾ ਦਾ ਇੱਕ ਭਾਗ ਹੈ ਇਹ ਗੱਲ ਕਿ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਬਾਨ। ਸੰਸਾਰੀ ਦਾ ਅਰਥ ਹੈ ਜਿਹੜਾ ਸੰਸਾਰ ਨੂੰ ਪੈਦਾ ਕਰਦਾ ਹੈ, ਭੰਡਾਰੀ ਦਾ ਅਰਥ ਹੈ ਜਿਹੜਾ ਸੰਸਾਰ ਦੀ ਪਾਲਣਾ ਕਰਦਾ, ਇਹਨੂੰ ਚਲਾਉਂਦਾ ਹੈ, ਤੇ ਦੀਬਾਨ ਦਾ ਅਰਥ ਹੈ ਜਿਹੜਾ ਕਚਹਿਰੀ ਲੇਖਾ ਜੋਖਾ ਕਰਦਾ, ਭਾਵ ਮੌਤ ਦੇਣ ਦਾ ਦੇਵਤਾ। ਮੈਂ ਕਈ ਦਫਾ ਸੋਚਦਾ, ਬ੍ਰਹਮਾ ਦਾ ਇੱਕੋ ਹੀ ਮੰਦਰ ਹੈ ਸਾਰੇ ਭਾਰਤ ਵਰਸ਼ ਦੇ ਅੰਦਰ, ਔਰ ਵਿਸ਼ਨੂੰ ਦੇ ਅਵਤਾਰ ਭਿੰਨ ਭਿੰਨ ਹੋਣ ਕਰਕੇ ਉਹਦੇ ਨਾਮ ਉੱਤੇ ਅਨੇਕਾਂ ਹੀ ਮੰਦਰ ਬਣੇ ਹੋਏ ਨੇ, ਭਾਵੇਂ ਉਹ ਰਾਮ ਜੀ ਦੇ ਨਾਂ ਤੇ ਹੋਣ, ਭਾਵੇਂ ਕ੍ਰਿਸ਼ਨ ਜੀ ਦੇ ਨਾਂ ਤੇ ਹੋਣ। ਪਰ ਤੁਸੀਂ ਗੌਰ ਕਰਨਾ, ਸ਼ਿਵ ਦੇ ਨਾਂ ਦੇ ਉੱਤੇ ਸੈਂਕੜੇ ਹੀ ਮੰਦਰ ਨੇ, ਹਰ ਗੁੱਠ ਵਿੱਚ, ਹਰ ਚੁਰਾਹੇ ਵਿੱਚ, ਹਰ ਘਰ ਵਿੱਚ। ਕਿਉਂ ਭਲਾ? ਕਿਉਂਕਿ ਸ਼ਿਵ ਨੂੰ ਮੌਤ ਦਾ ਦੇਵਤਾ ਮੰਨਿਆ ਗਿਆ, ਤੇ ਸਭ ਤੋਂ ਵੱਧ ਭੈ ਤੇ ਮਨੁੱਖ ਨੂੰ ਮੌਤ ਦਾ ਹੀ ਹੈ ਨਾ। ਇਸ ਕਰਕੇ ਮੌਤ ਦੇ ਦੇਵਤੇ ਦੀ ਪੂਜਾ ਤੇ ਬੜੀ ਜ਼ਰੂਰੀ ਸੀ, ਮਨੁੱਖ ਦੇ ਭੈ ਦੇ ਮੁਤਾਬਕ ਸੋ ਕਰ ਰਿਹਾ। ਉਸ ਮਿਥਿਹਾਸਕ ਵਿਚਾਰਧਾਰਾ ਦਾ ਇਹ ਇੱਕ ਪਾਰਟ ਹੈ, ਇੱਕ ਹਿੱਸਾ ਹੈ। ਇੱਕ ਦੇਵਤਾ ਸੰਸਾਰ ਨੂੰ ਜਨਮ ਦਿੰਦਾ ਹੈ, ਸੰਸਾਰ ਨੂੰ ਪੈਦਾ ਕਰਦਾ ਹੈ, ਔਰ ਦੂਸਰਾ ਦੇਵਤਾ ਜੋ ਸੰਸਾਰ ਦੇ ਜੀਵਾਂ ਦੀ ਪਾਲਣਾ ਕਰਦਾ ਹੈ, ਤੇ ਤੀਸਰਾ ਜਿਹੜਾ ਮੌਤ ਘਾਲਕ ਦੇਵਤਾ, ਮੌਤ ਦੇਣ ਵਾਲਾ, ਵਿਨਾਸ਼ ਕਰਨ ਵਾਲਾ। ਪਰ ਹੁਣ ਅੱਗੇ ਸਿਧਾਂਤ ਤੇ ਗੁਰਮਤਿ ਦਾ ਧਿਆਨ ਦੇਣਾ, ਜਿੰਨਾ ਚਿਰ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਨੂੰ ਲੜੀਵਾਰ ਬੜੀ ਤਕਨੀਕ ਨਾਲ ਨਹੀਂ ਪੜ੍ਹਦੇ, ਬੜੀਆਂ ਉਲਝਣਾਂ ਵੀ ਖੜੀਆਂ ਹੋ ਜਾਂਦੀਆਂ ਨੇ। ਤੇ ਉਹ ਉਲਝਣਾ ਇਸ ਕਰਕੇ ਨੇ ਵੀ ਅਧੂਰੀ ਗੱਲ ਨੂੰ ਫੜ ਲਿਆ ਜਾਂਦਾ ਹੈ, ਬਾਕੀ ਗੱਲ ਛੱਡ ਦਿੱਤੀ। ਜਿਵੇਂ ਕਿਸੇ ਮਨੁੱਖ ਦੀ ਅਸੀਂ ਅੱਧੀ ਗੱਲ ਸੁਣੀ ਹੈ ਤੇ ਅੱਧੀ ਸੁਣੀ ਹੀ ਨਾ, ਤਾਂ ਉਸ ਅੱਧੀ ਗੱਲ ਤੋਂ ਅਗਰ ਅਸੀਂ ਉਹਦੀ ਸ਼ਖਸੀਅਤ ਦਾ ਅੰਦਾਜ਼ਾ ਲਾਉਣਾ ਚਾਹੀਏ ਤੇ ਅਧੂਰਾ ਹੀ ਹੋਵੇਗਾ। ਮਹਾਰਾਜ ਅਗਲੇਰੀਆਂ ਇਹ ਹੈ ਉਦਾਹਰਣ, ਇੱਕ ਪੁਰਾਤਨ ਖਿਆਲ। ਸਤਿਗੁਰੂ ਅੱਗੇ ਆਪਣਾ ਮਤ ਪੇਸ਼ ਕਰਦੇ ਨੇ, ਕਹਿੰਦੇ ਜਿਮ ਤਿਸ ਭਾਵੈ ਤਿਵੇਂ ਚਲਾਵੈ, ਜਿਮ ਹੋਵੈ ਫਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹ ਵਿਡਾਣ। ਜਿਵੇਂ ਉਹਦੀ ਰਜ਼ਾ ਹੈ, ਉਹਦਾ ਹੁਕਮ ਹੈ, ਉਹ ਉਵੇਂ ਹੀ ਇਸ ਸੰਸਾਰ ਨੂੰ ਚਲਾ ਰਿਹਾ ਹੈ। ਇਸ ਨੂੰ ਪੈਦਾ ਵੀ ਉਹ ਆਪ ਕਰਦਾ ਹੈ,
ਇਸ ਨੂੰ ਪੈਦਾ ਕਰਕੇ ਇਸ ਦੀ ਪਾਲਣਾ ਵੀ ਉਹ ਆਪ ਕਰਦਾ ਹੈ। ਤੇ ਤੀਸਰੀ ਗੱਲ ਜੋ ਗੁਰੂ ਸਾਹਿਬ ਨੇ ਕਹੀ ਵੀ ਸੰਸਾਰ ਨੂੰ ਪੈਦਾ ਕਰਨ ਵਾਲਾ, ਪਾਲਣ ਵਾਲਾ, ਉਹਦੇ ਨਿਯਮ ਦੇ ਮੁਤਾਬਕ ਹੀ ਇਹ ਸੰਸਾਰ ਆਪਣੇ ਆਪ ਮਰਦਾ, ਖਪਦਾ, ਟੁੱਟਦਾ, ਭੱਜਦਾ, ਨਵੀਂ ਸਥਿਤੀ ਨੂੰ ਜਨਮ ਦਿੰਦਾ ਹੈ। ਇਸ ਕਰਕੇ ਇਹ ਤਿੰਨੇ ਜਿਹੜੇ ਨਿਯਮ ਨੇ, ਜਿਹਨੂੰ ਗੁਰਬਾਣੀ ਨੇ ਆਖਿਆ ਸੰਜੋਗ ਵਿਜੋਗ ਦੋਏ ਕਾਰ ਚਲਾਵੈਂ, ਲੇਖੇ ਆਵੈਂ ਭਾਗ, ਸੰਸਾਰ ਦਾ ਜਿੰਨਾ ਵੀ ਪਸਾਰਾ ਹੈ ਇਹ ਦੋ ਕਿਸਮ ਦੇ ਨਿਯਮ ਨੇ ਜਿਨ੍ਹਾਂ ਦੇ ਅਧੀਨ ਹੈ ਸੰਜੋਗ, ਮਿਲਾਪ। ਵਿਜੋਗ ਦਾ ਅਰਥ ਹੈ ਵਿਛੜਨਾ, ਟੁੱਟ ਜਾਣਾ, ਜਿਹਨੂੰ ਅਸੀਂ ਜਨਮ ਤੇ ਮੌਤ ਕਹਿੰਦੇ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੈ ਜਾਏ। ਵੈਸੇ ਅਸੀਂ ਭਾਣਾ ਸ਼ਬਦ ਜਿਹੜੇ ਮੌਤ ਨਾਲ ਜੋੜਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਜਨਮ ਨਾਲ ਵੀ ਇਸ ਨੂੰ ਜੋੜਿਆ, ਕਿਉਂਕਿ ਇਹ ਵੀ ਇੱਕ ਨਿਯਮ ਹੈ। ਜਨਮ ਲੈਣਾ ਵੀ ਇੱਕ ਨਿਯਮ ਹੈ ਕੁਦਰਤ ਅੰਦਰ, ਮਰ ਜਾਣਾ ਵੀ ਇੱਕ ਨਿਯਮ ਹੈ ਕੁਦਰਤ ਦੇ ਅੰਦਰ। ਦੋਵੇਂ ਵੀ ਉਸ ਕੁਦਰਤ ਦੇ ਨੇਚਰ ਦੇ ਲਾਅ ਦੇ ਅਧੀਨ ਨੇ। ਜਨਮ ਵੀ ਨੇਚਰ ਦਾ ਇੱਕ ਹਿੱਸਾ ਹੈ ਤੇ ਮੌਤ ਵੀ ਨੇਚਰ ਦਾ ਇੱਕ ਹਿੱਸਾ ਹੈ। ਇਸ ਕਰਕੇ ਗੁਰਬਾਣੀ ਨੇ ਦੋਵਾਂ ਨੂੰ ਅੱਡੋ ਅੱਡ ਸ਼ਬਦ ਨਾਲ ਨਹੀਂ ਜੋੜਿਆ, ਇੱਕ ਹੀ ਸ਼ਬਦ ਨਾਲ ਜੋੜਿਆ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੈ ਜਾਏ। ਵੀ ਜਨਮ ਲੈਣਾ, ਸੰਸਾਰ ਚ ਆਉਣਾ, ਮਰ ਜਾਣਾ, ਤੁਰ ਜਾਣਾ, ਇਹ ਸਭ ਕੁਦਰਤ ਦੇ ਨਿਯਮ ਦੇ ਵਿੱਚ ਹੈ। ਇਹਨੂੰ ਭਾਣਾ ਆਖਿਆ ਗਿਆ ਗੁਰਬਾਣੀ ਦੇ ਅੰਦਰ। ਅਕਸਰ ਅਸੀਂ ਹੁਕਮ ਨੂੰ ਤੇ ਭਾਣੇ ਨੂੰ ਵੱਖਰਾ ਵੱਖਰਾ ਸਮਝਦੇ ਹਾਂ। ਜਦੋਂ ਕਿਧਰੇ ਕੋਈ ਦੁਰਘਟਨਾ ਹੋ ਜਾਏ ਜਾਂ ਕਿਧਰੇ ਕੋਈ ਨੁਕਸਾਨ ਹੋ ਜਾਏ, ਅਸੀਂ ਕਹਿੰਦੇ ਹਾਂ ਜੀ ਭਾਣਾ ਹੋਇਆ, ਰੱਬ ਦਾ ਭਾਣਾ ਹੈ। ਪਰ ਕਦੇ ਵੀ ਜਦੋਂ ਖੁਸ਼ੀ ਦੀ ਗੱਲ ਹੋਏ ਉਦੋਂ ਅਸੀਂ ਆਖਦੇ ਰੱਬ ਨੇ ਮਿਹਰ ਕੀਤੀ ਹੈ। ਦਰਅਸਲ ਉਹ ਭਾਣਾ ਵੀ ਤੇ ਉਹਦੀ ਮਿਹਰ ਹੀ ਹੈ ਨਾ। ਅਸੀਂ ਉਹਨੂੰ ਅੱਡ ਅੱਡ ਕਰਕੇ ਵੇਖ ਲਿਆ, ਕਿਉਂਕਿ ਇੱਕ ਸ਼ਬਦ ਕਿਸੇ ਚੀਜ਼ ਨਾਲ, ਦੁਰਘਟਨਾ ਨਾਲ ਜ਼ਿਆਦਾ ਯੂਜ਼ ਹੁੰਦਾ ਹੈ, ਵਰਤੋਂ ਚ ਆਉਂਦਾ ਹੈ, ਤੇ ਇਵੇਂ ਲੱਗਦਾ ਹੈ ਵੀ ਜਦੋਂ ਕੋਈ ਮਰ ਜਾਏ, ਕੋਈ ਚੜ੍ਹਾਈ ਕਰ ਜਾਏ, ਕੋਈ ਨੁਕਸਾਨ ਹੋ ਜਾਏ, ਸਾਡੇ ਹਿਸਾਬ ਨਾਲ ਕੋਈ ਦੁਰਘਟਨਾ ਹੋ ਜਾਏ, ਤਦੋਂ ਭਾਣਾ ਹੁੰਦਾ ਹੈ, ਨਹੀਂ ਤੇ ਆਮ ਤੌਰ ਤੇ ਉਹਦੀ ਮਿਹਰ ਹੀ ਹੁੰਦੀ ਹੈ। ਪਰ ਗੁਰਬਾਣੀ ਦੀ ਦ੍ਰਿਸ਼ਟੀ ਦੇ ਨਾਲ ਸਭ ਮਿਹਰ ਹੀ ਹੈ, ਸਭ ਭਾਣਾ ਹੀ ਹੈ। ਇਹ ਦੋਵੇਂ ਇੱਕੋ ਹੀ ਗੱਲਾਂ ਨੇ। ਇਸ ਕਰਕੇ ਜਨਮ ਨੂੰ ਵੀ ਗੁਰਬਾਣੀ ਹੁਕਮ ਤੇ ਭਾਣੇ ਨਾਲ ਜੋੜਦੀ ਹੈ, ਮੌਤ ਨੂੰ ਵੀ ਹੁਕਮ ਤੇ ਭਾਣੇ ਨਾਲ ਜੋੜਦੀ ਹੈ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੈ ਜਾਏ। ਭਾਣੇ ਦਾ ਅਰਥ ਵੀ ਉਹਦਾ ਨਿਯਮ ਹੀ ਹੈ, ਉਹਦੀ ਮਿਹਰ ਹੈ, ਉਹਦਾ ਬਣਾਇਆ ਹੋਇਆ ਸਿਸਟਮ ਹੈ ਸੰਸਾਰ ਨੂੰ ਚਲਾਉਣ ਦਾ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵੇ ਪ੍ਰਵਾਹ। ਇਸ ਕਰਕੇ ਦਾਤਾਰ ਜੀ ਬਾਣੀ ਦੇ ਵਿੱਚ ਆਖਦੇ ਨੇ, ਇੱਕ ਤੂੰ ਹੀ ਹੈ ਜਿਸ ਤੋਂ ਸਭਨਾਂ ਦਾ, ਸਾਰੀ ਸ੍ਰਿਸ਼ਟੀ ਦਾ ਵਿਸਥਾਰ ਹੁੰਦਾ ਹੈ। ਕੋਈ ਦੂਜੀ ਜਾਂ ਤੀਜੀ ਤਾਕਤ ਨਹੀਂ ਜਿਹੜੀ ਇਸ ਸੰਸਾਰ ਨੂੰ ਪੈਦਾ ਕਰਦੀ ਹੋਵੇ, ਇਹਨੂੰ ਚਲਾਉਂਦੀ ਹੋਵੇ, ਇਹਦਾ ਨਾਸ਼ ਕਰਦੀ ਹੋਵੇ। ਨਹੀਂ ਤਾਂ ਗੁਰੂ ਸਾਹਿਬ ਜੀ ਆਖਦੇ ਨੇ, ਕਰ ਆਸਨ ਡਿਠੋ ਚਾਓ, ਦਾਤਾ ਕਰਤਾ ਆਪ ਤੂੰ, ਤੁਸ ਦੇਵੈਂ ਕਰੇ ਪਸਾਓ। ਤੂੰ ਜਾਣੋਈ ਸਭ ਸੈ, ਦੇ ਲੈਸੈਂ ਜਿੰਦ ਕਵਾਓ, ਕਰੇ ਆਸਨ ਡਿਠੋ ਚਾਓ। ਔਰ ਬੜੀ ਆਤਕਥਨੀ ਦੀ ਗੱਲ ਏ ਕਿ ਮਨੁੱਖ ਆਪਣੇ ਜੀਵਨ ਦੀ ਸੁਰੱਖਿਆ ਉਸ ਕੋਲੋਂ ਨਹੀਂ ਮੰਗ ਰਿਹਾ, ਆਪਣੇ ਹੀ ਘੜੇ ਹੋਏ ਭਗਵਾਨਾਂ ਕੋਲੋਂ ਮੰਗ ਰਿਹਾ, ਜਿਹਦੀ ਰਜ਼ਾ ਦੇ ਵਿੱਚ, ਜਿਹਨੂੰ ਬਾਣੀ ਚ ਕਿਹਾ ਨਾ ਹਜ਼ੂਰ ਨੇ, ਆਪ ਨਾਥ। ਨਾਥ ਦਾ ਅਰਥ ਹੈ ਮਾਲਕ। ਨਾਥੀ ਸਭ ਜਾ ਕੀ, ਨਾਥੀ ਦਾ ਅਰਥ ਹੁੰਦਾ ਨੱਥੀ ਹੋਈ, ਕੰਟਰੋਲ ਚ ਕੀਤੀ ਹੋਈ। ਵੀ ਤੇਰੇ ਨਿਯਮ ਵਿੱਚ, ਤੇਰੇ ਹੁਕਮ ਵਿੱਚ ਹੀ ਸਾਰੀ ਕਾਇਨਾਤ ਤੇਰੇ ਕੰਟਰੋਲ ਵਿੱਚ ਹੈ। ਪਰ ਸਵਾਲ ਇਹ ਹੈ ਕਿ ਜਿਸ ਬਾਬਤ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਆਪਣੀ ਬਾਣੀ ਵਿੱਚ ਇਹ ਗੱਲ ਕਹਿੰਦੇ ਨੇ ਵੀ ਆਪ ਨਾਥ ਨਾਥੀ ਸਭ ਜਾ ਕੀ, ਰਿੱਧ ਸਿੱਧ ਅਵਰਾਂ ਸਾਧ, ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਵੀ ਅਸੀਂ ਸੋਚਦੇ ਹਾਂ ਕਿ ਸਾਡੇ ਜੀਵਨ ਦੀ ਰੱਖਿਆ ਕਰਨ ਵਾਲਾ, ਸਾਨੂੰ ਜੀਵਨ ਦਾਨ ਦੇਣ ਵਾਲਾ, ਸਾਡੀਆਂ ਉਮਰਾਂ 'ਚ ਵਾਧੇ ਕਰ ਦੇਣ ਵਾਲਾ ਕੋਈ ਹੋਰ ਹੋ ਸਕਦਾ, ਜਿਹਦੇ ਕੋਲ ਅਸੀਂ ਜਾ ਕੇ ਫਰਿਆਦ ਕਰੀਏ ਤੇ ਉਹ ਕੁਦਰਤ ਦੇ ਨਿਯਮ ਨੂੰ ਬਦਲ ਸਕਦਾ। ਔਰ ਇਹਦਾ ਜੋ ਪਿਛੋਕੜ ਹੈ ਨਾ ਸਾਡੇ ਇਹਨਾਂ ਭਰਮਾਂ ਦਾ, ਉਹ ਭਰਿਆ ਪਿਆ ਉਹਨਾਂ ਕਥਾ ਕਹਾਣੀਆਂ ਦੇ ਅੰਦਰ ਜਿਹੜੀਆਂ ਧਰਮ ਦੇ ਨਾਮ ਦੇ ਉੱਤੇ ਇੰਨੀਆਂ ਕੁ ਹਾਵੀ ਕਰ ਦਿੱਤੀਆਂ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਿਧਾਂਤ ਜਿਹੜਾ ਸੀ ਉਹ ਦੂਜੇ ਨੰਬਰ ਤੇ ਚਲਿਆ ਗਿਆ, ਕਥਾ ਕਹਾਣੀ ਪਹਿਲੇ ਨੰਬਰ ਤੇ ਆ ਗਈ ਵੀ ਫਲਾਨੇ ਮੁਰਦੇ ਨੂੰ ਜ਼ਿੰਦਾ ਕਰ ਦਿੱਤਾ ਗਿਆ, ਫਲਾਨੇ ਦੀ ਉਮਰ ਵਿੱਚ ਇੰਨੇ ਸਾਲ ਦਾ ਵਾਧਾ ਕਰ ਦਿੱਤਾ ਇੱਕ ਇਨਸਾਨ ਨੇ, ਇੱਕ ਧਾਰਮਿਕ ਪੁਰਖ ਨੇ। ਇਵੇਂ ਪ੍ਰਤੀਤ ਹੁੰਦਾ ਹੈ ਵੀ ਜਿਹਦਾ ਜੀ ਕਰੇ ਉਹ ਰੱਬ ਦੇ ਨਿਯਮ ਵਿੱਚ ਸਿੱਧੀ ਦਖਲਅੰਦਾਜ਼ੀ ਕਰ ਸਕਦਾ, ਇਹਦੇ ਨਾਲ ਉਹਨੂੰ ਕੋਈ ਫਰਕ ਨਹੀਂ ਪੈਂਦਾ। ਤੇ ਫਿਰ ਹੁਕਮ ਦਾ ਮਤਲਬ ਕੀ ਰਹਿ ਗਿਆ? ਕਾਨੂੰਨ ਦਾ ਅਰਥ ਤਾਂ ਇਹੀ ਹੋਇਆ ਵੀ ਜਿਹਦੀ ਚੱਲਦੀ ਉਹ ਚਲਾ ਜਾਂਦਾ, ਜਿਹਦੀ ਨਹੀਂ ਚੱਲਦੀ ਉਹ ਨਹੀਂ ਚੱਲਦੀ। ਇਹਦਾ ਮਤਲਬ ਤਾਂ ਇਹੀ ਹੈ ਵੀ ਉਹਦਾ ਹੁਕਮ ਨਹੀਂ ਇੱਕ ਮੋਮ ਦਾ ਨੱਕ ਹੈ ਜਿਹਨੂੰ ਆਪਣੀ ਮਰਜ਼ੀ ਨਾਲ ਮਰੋੜਿਆ ਜਾ ਸਕਦਾ। ਪਰ ਗੁਰਬਾਣੀ ਨੇ ਤਾਂ ਇਹ ਗੱਲ ਕਹੀ ਹੈ ਵੀ ਉਹ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਕਿਸੇ ਕਿਸਮ ਦਾ
ਕੋਈ ਦਖਲ ਅੰਦਾਜ਼ੀ ਨਹੀਂ ਕਰ ਸਕਦਾ। ਕੋਈ ਉਸ ਅਕਾਲ ਪੁਰਖ ਦੇ ਹੁਕਮ ਨੂੰ ਤਬਦੀਲ ਕਰਨ ਦੀ ਸਮਰੱਥਾ ਨਹੀਂ ਰੱਖਦਾ। ਇਹ ਕੁਦਰਤ ਦਾ ਨਿਯਮ ਹੈ ਤੇ ਉਹਦੇ ਨਿਯਮ ਆਪਣੇ ਨੇ। ਮਨੁੱਖ ਉਹਨਾਂ ਵਿੱਚ ਚਾਹ ਕੇ ਵੀ ਇੰਟਰਫੇਅਰ ਨਹੀਂ ਕਰ ਸਕਦਾ ਕਿਸੇ ਵੀ ਕਿਸਮ ਦੇ ਨਾਲ। ਤਾਈਓ ਤਾਂ ਸਤਿਗੁਰੂ ਜੀ ਨੇ, ਆਪਾਂ ਪਿਛਲੇ ਸਵਈਏ ਵਿੱਚ ਪਾਠ ਪੜ੍ਹਿਆ ਸੀ ਮਹਾਰਾਜ ਦਾ, ਆਪ ਨੂੰ ਭਾਵਨ ਕਰ ਮੰਤਰ ਨਾ ਦੂਸਰੋ ਧਰ। ਭਾਵਨ ਦਾ ਅਰਥ ਹੈ ਭਾਵਨਾ ਤੇਰੀ ਏ, ਰਜ਼ਾ ਤੇਰੀ ਏ, ਹੁਕਮ ਤੇਰਾ ਹੈ। ਮੰਤਰ ਦਾ ਅਰਥ ਹੈ ਤੈਨੂੰ ਕਿਸੇ ਦੀ ਸਲਾਹ ਦੀ ਲੋੜ ਕੋਈ ਨਹੀਂ, ਕਿਉਂਕਿ ਤੂੰ ਕਿਹੜਾ ਗਿਆਨੀ ਹੈ ਵੀ ਜਿਹਨੂੰ ਸਲਾਹ ਦਿੱਤੀ ਜਾਏ। ਤੇਰੇ ਵਿੱਚ ਸੋਝੀ ਦੀ ਘਾਟ ਨਹੀਂ ਵੀ ਤੈਨੂੰ ਸਲਾਹ ਦੀ, ਤੈਨੂੰ ਤੇਰੀ ਕਾਉਂਸਲਿੰਗ ਕਰਨ ਦੀ ਲੋੜ ਏ। ਇਸ ਕਰਕੇ ਜਿਹੜਾ ਮਨੁੱਖ ਇਹ ਸੋਚਦਾ ਹੈ ਵੀ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਿਯਮ ਨੂੰ, ਅਸੀਂ ਗੁਰੂ ਸਾਹਿਬਾਨਾਂ ਦਾ ਜੀਵਨ ਪੜ੍ਹਦੇ ਹਾਂ ਨਾ, ਹਾਲਾਂਕਿ ਇੱਕ ਬੜੀ ਵੱਡੀ ਗੁੰਝਲ ਹੈ ਇਹ ਵੀ ਅਸੀਂ ਜੋ ਕਥਾ ਕਹਾਣੀਆਂ ਪਹਿਲੋਂ ਪ੍ਰਚਲਿਤ ਸਨ ਔਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਜਿਨ੍ਹਾਂ ਉਲਝਣਾਂ ਚੋਂ ਕੱਢ ਕੇ ਸਾਨੂੰ ਇੱਕ ਸਿਧਾਂਤਕ ਮਾਰਗ ਗੁਰਬਾਣੀ ਦਾ ਦਿੱਤਾ ਹੈ, ਅਸੀਂ ਗੁਰਬਾਣੀ ਰਚੇਤਾ ਗੁਰੂ ਸਾਹਿਬਾਨਾਂ ਦੇ ਨਾਲ ਵੀ ਵੈਸੀਆਂ ਹੀ ਤਰਤੀਬ ਮੁਤਾਬਕ ਗੱਲਾਂ ਜਿਹੜੀਆਂ ਸਾਨੂੰ ਜੋੜ ਦਿੱਤੀਆਂ ਔਰ ਇੱਕ ਉਲਝਣ ਖੜੀ ਹੋ ਗਈ। ਬਾਣੀ ਇੱਕ ਪਾਸੇ ਉਹਨਾਂ ਮਹਾਨ ਪੁਰਖਾਂ ਦੇ ਜੀਵਨ ਨਾਲ ਜੁੜੀਆਂ ਹੋਈਆਂ, ਸਾਡੀਆਂ ਆਪਣੀਆਂ ਜੋੜੀਆਂ ਹੋਈਆਂ ਗੱਲਾਂ ਇੱਕ ਪਾਸੇ ਨੇ। ਔਰ ਹੈਰਾਨੀ ਤੇ ਇਸ ਗੱਲ ਦੀ ਹੈ ਕਿ ਉਹਨਾਂ ਦੀ ਜ਼ਿੰਦਗੀ ਦਾ ਤਜਰਬਾ ਜੋ ਬਾਣੀ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ, ਉਹਨੂੰ ਛੱਡ ਕੇ ਆਪਣੀਆਂ ਔਰ ਆਪਣੇ ਵਰਗੇ ਹੋਰ ਮਨੁੱਖਾਂ ਦੀਆਂ ਕਈਆਂ ਗੱਲਾਂ ਨੂੰ ਅਸੀਂ ਬਹੁਤ ਛੇਤੀ ਪਕੜ ਲੈਂਦੇ ਹਾਂ, ਫੜ ਲੈਂਦੇ ਹਾਂ ਔਰ ਉਹਨੂੰ ਸੱਚ ਮੰਨਦੇ ਹਾਂ। ਗੁਰੂ ਸਾਹਿਬਾਨ ਨੇ ਆਪਣਾ ਸਮੁੱਚਾ ਜੀਵਨ ਜਿਹੜਾ ਹੈ ਉਹ ਰੱਬ ਦੀ ਰਜ਼ਾ ਦੇ ਉੱਤੇ ਪੂਰਨ ਭਰੋਸਾ ਰੱਖਦਿਆਂ ਬਤੀਤ ਕੀਤਾ। ਤੁਧ ਨੂੰ ਛੋੜ ਪ੍ਰਭ ਜਾਈਏ ਕੈ ਧਾਰ, ਆਨ ਨਾ ਬੀਆ ਤੇਰੀ ਸਮਸਰ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ, ਤੇਰੇ ਆਧਾਰ ਨੂੰ ਛੱਡ ਕੇ, ਤੇਰੇ ਗੁਣਾਂ ਦੇ ਆਸਰੇ ਨੂੰ ਤਿਆਗ ਕੇ ਹੋਰ ਕਿਹੜੀ ਤੇਰੇ ਜਿਸ ਪਾਸੇ ਵੱਲ ਬੰਦਾ ਝਾਕੇ, ਜਿਸ ਪਾਸੇ ਵੱਲ ਬੰਦਾ ਜਾਵੇ। ਤੁਧ ਨੂੰ ਛੋੜ ਪ੍ਰਭ ਜਾਈਏ ਕੈ ਧਾਰ, ਆਨ ਨਾ ਬੀਆ, ਬੀਆ ਦਾ ਅਰਥ ਹੋਰ, ਹੋਰ ਕੋਈ ਆਨ ਨਾ ਬੀਆ ਤੇਰੀ ਸਮਸਰ, ਕੋਈ ਦੂਜਾ ਹੋਰ ਤੇਰੇ ਬਰਾਬਰ ਹੈ ਹੀ ਨਹੀਂ। ਇਸ ਨੂੰ ਤਿਲੰਗ ਰਾਗ ਵਿੱਚ ਵਿਆਖਿਆ ਦਿੰਦਿਆਂ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ, ਕਰਤਾਰ ਦਾ ਅਰਥ ਕ੍ਰੀਏਟ ਕਰਨ ਵਾਲਾ, ਪੈਦਾ ਕਰਨ ਵਾਲਾ, ਬਣਾਉਣ ਵਾਲਾ। ਤੂੰ ਕਰਤਾਰ ਕਰੈ ਸੋ ਹੋਏ, ਤੇਰਾ ਜ਼ੋਰ, ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕੇ, ਸਭ ਉਪਰ ਪਾਰ ਬ੍ਰਹਮ ਦਾ ਤਾਰ, ਤੇਰੀ ਟੇਕ ਤੇਰਾ ਆਧਾਰ, ਹੈ ਤੂੰ ਹੈ ਤੂੰ ਹੋਵਨਹਾਰ। ਸਤਿਗੁਰੂ ਗੁਰੂ ਅਰਜਨ ਸਾਹਿਬ ਜਦੋਂ ਇਹ ਸ਼ਬਦ ਵਰਤਦੇ ਨੇ ਤੇ ਇਹ ਸ਼ਬਦ ਕੋਈ ਇਕੱਲਾ ਕਾਵ ਟੋਟਾ ਨਹੀਂ ਹੈ, ਕਾਵਕ ਗੱਲ ਨਹੀਂ ਹੈ। ਉਹਨਾਂ ਦੀ ਜ਼ਿੰਦਗੀ ਦਾ ਨਿਚੋੜ ਹੈ, ਜਿਸ ਵਿੱਚ ਉਹ ਬਿਲੀਵ ਕਰਦੇ ਨੇ, ਵਿਸ਼ਵਾਸ ਰੱਖਦੇ ਨੇ, ਭਰੋਸਾ ਰੱਖਦੇ ਨੇ, ਜਿਹਨੂੰ ਉਹ ਜਿਉਂਦੇ ਨੇ ਔਰ ਮਹਿਸੂਸ ਕਰਦੇ ਨੇ, ਉਹ ਵਿਚਾਰ ਆਪਣਾ ਸ਼ਬਦਾਂ ਦੇ ਰਾਹੀਂ ਪ੍ਰਗਟ ਕਰਦੇ ਨੇ, ਆਪਣੀ ਜ਼ਿੰਦਗੀ ਦਾ ਤਜਰਬਾ, ਆਪਣੀਆਂ ਫੀਲਿੰਗ, ਆਪਣਾ ਅਨੁਭਵ। ਹੁਣ ਧਿਆਨ ਦੇਣਾ, ਸਤਿਗੁਰੂ ਮਹਾਰਾਜ ਨੇ ਇਹੋ ਹੀ ਸਬਕ ਸਿੱਖ ਨੂੰ ਦ੍ਰਿੜ ਕਰਵਾਇਆ ਔਰ ਇਸ ਸਬਕ ਨੂੰ ਦ੍ਰਿੜ ਕਰਨ ਦੇ ਵਿੱਚ ਬੜੀ ਵੱਡੀ ਭਟਕਣਾ ਤੇ ਉਲਝਣ ਮਨੁੱਖ ਦੇ ਜੀਵਨ ਦੀ ਮੁੱਕ ਜਾਂਦੀ ਹੈ। ਅਖੌਤੀ ਭਗਵਾਨ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਜਿਹੜੇ ਅਸੀਂ ਪੈਦਾ ਕਰਦੇ ਹਾਂ ਔਰ ਰੋਜ਼ ਹੀ ਨਵੇਂ ਬਣਾਉਂਦੇ ਹਾਂ। ਕਿਸੇ ਮਨੁੱਖ ਦੇ ਵੱਲ ਝਾਕਣ ਦੀ ਜ਼ਰੂਰਤ ਨਹੀਂ ਰਹਿ ਜਾਂਦੀ ਵੀ ਜਿਹੜਾ ਕੁਦਰਤ ਦੇ ਨਿਯਮਾਂ ਨੂੰ ਬਦਲਣ ਦੀ ਤਾਕਤ ਰੱਖਦਾ ਹੋਵੇ ਔਰ ਅਸੀਂ ਉਹਦੇ ਵੱਲ ਝਾਕੀਏ ਕਿ ਕੋਈ ਉਸ ਰੱਬ ਦੀ ਬਣਾਵਟ ਵਿੱਚ, ਰੱਬ ਦੇ ਨਿਯਮਾਂ ਦੇ ਵਿੱਚ ਕਿਸੇ ਕਿਸਮ ਦੀ ਦਖਲ ਅੰਦਾਜ਼ੀ ਕਰੇ ਔਰ ਸਾਡੀ ਮਨ ਮਰਜ਼ੀ ਦੇ ਮੁਤਾਬਕ ਨਤੀਜਾ ਕੱਢ ਕੇ ਦੇਵੇ। ਇਸ ਕਰਕੇ ਮਹਾਰਾਜ ਨੇ ਇਹਨਾਂ ਤਮਾਮ ਜੰਜਾਲਾਂ ਤੋਂ ਸਾਡਾ ਖਹਿੜਾ ਛੁਡਾ ਲਿਆ। ਨਹੀਂ ਤੇ ਹੁੰਦਾ ਕੀ ਏ, ਰੱਬ ਤੋਂ ਅੱਗੇ ਵੀ ਕਈ ਰੱਬ ਮਨੁੱਖ ਨੇ ਪੈਦਾ ਕਰ ਲਿਆ ਆਪਣੀ ਇਸ ਅਗਿਆਨਤਾ ਦੀ ਵਜ੍ਹਾ ਕਰਕੇ। ਧਰਮ ਦੀ ਦੁਨੀਆ ਭਰੀ ਪਈ ਹੈ ਐਸੀਆਂ ਗੱਲਾਂ ਦੇ ਨਾਲ। ਪਰ ਜਦੋਂ ਅਸੀਂ ਮੂਲ ਬਾਤ ਨੂੰ ਖੜਦੇ ਹਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਵਿੱਚ ਸੁਭਾਏਮਾਨ ਹੈ, ਉੱਥੇ ਮਹਾਰਾਜ ਕਹਿੰਦੇ ਨੇ, ਏਕ ਥੇਂ ਕੀਏ ਵਿਸਥਾਰੇ, ਪੂਰ ਰਹਿਓ ਸਰਬ ਮਹਿ। ਵਿਆਪਕ ਹੈ ਤੂੰ ਸਭਨਾ ਦੇ ਅੰਦਰ ਬਰਾਬਰ, ਆਪ ਹੈ ਨਿਰਾਰੇ। ਸਭਨਾ ਦੇ ਅੰਦਰ ਵਸਦਿਆਂ ਹੋਇਆਂ ਵੀ ਤੂੰ ਮਨੁੱਖ ਦੇ ਕਰਮ ਤੋਂ ਪਰੇ ਹੈ। ਭਾਵ ਮਨੁੱਖ ਦੇ ਕਰਮ ਦੀ ਮੈਲ ਤੇਰੀ ਹੋਂਦ ਨੂੰ ਨਹੀਂ ਲੱਗਦੀ। ਮਨੁੱਖ ਨੇ ਜਨਮ ਲਿਆ, ਇਹਦਾ ਮਤਲਬ ਇਹ ਨਹੀਂ ਵੀ ਤੂੰ ਜਨਮ ਲੈ ਲਿਆ। ਮਨੁੱਖ ਮਰੇਗਾ, ਇਹਦਾ ਮਤਲਬ ਇਹ ਨਹੀਂ ਵੀ ਤੂੰ ਨਾਲ ਹੀ ਮਰ ਜਾਏਗਾ। ਤੂੰ ਤੇ ਸਪੇਟ ਹੈ, ਚੇਤਨਾ ਹੈ, ਜੋਤ ਹੈ, ਤੂੰ ਤੇ ਸਦੀਵੀ ਹੈ। ਬਸ ਇਹ ਘਾੜਤਾਂ ਪੈਦਾ ਹੁੰਦੀਆਂ ਰਹਿਣਗੀਆਂ, ਇਹ ਚੱਲਦੀਆਂ ਰਹਿਣਗੀਆਂ ਤੇ ਬਿਨਸਦੀਆਂ ਰਹਿਣਗੀਆਂ। ਫਰਕ ਇਹੀ ਪੈ ਗਿਆ,
ਜਦੋਂ ਘਾੜਤ ਨੂੰ ਬੰਦੇ ਨੇ ਰੱਬ ਮੰਨ ਲਿਆ ਨਾ, ਤੇ ਰੱਬ ਹੱਸਦਾ ਵੀ ਨਜ਼ਰ ਆਇਆ ਤੇ ਰੋਂਦਾ ਵੀ ਨਜ਼ਰ ਆਇਆ। ਗੌਰ ਕਰਨਾ, ਰੱਬ ਮੁਸੀਬਤ ਵਿੱਚ ਵੀ ਨਜ਼ਰ, ਕਿਉਂਕਿ ਇਹ ਪਛਾਣ ਹੈ ਨਾ ਜਿਹੜੀ ਸਾਡੇ ਵਜੂਦ ਦੀ, ਇਹ ਜਿਹੜਾ ਸਾਡਾ ਵਜੂਦ ਹੈ, ਅਸੀਂ ਜਿੰਨਾ ਚਿਰ ਇਸ ਸੰਸਾਰ ਵਿੱਚ ਜੀਵਾਂਗੇ ਕਈ ਉਲਝਣਾਂ ਪੈਣਗੀਆਂ। ਸੁੱਖ ਦੇ ਸਮੇਂ ਵੀ ਆਉਣਗੇ, ਦੁੱਖ ਦੇ ਸਮੇਂ ਵੀ ਆਉਣਗੇ, ਮਿੱਤਰ ਵੀ ਹੋਣਗੇ, ਵਿਰੋਧ ਕਰਨ ਵਾਲੇ ਵੀ ਹੋਣਗੇ, ਵੈਰੀ ਵੀ ਹੋਣਗੇ। ਹੁਣ ਗੁਰੂ ਨੇ ਤੇ ਆਖਿਆ ਵੀ ਤੇਰਾ ਤੇ ਵੈਰੀ ਕੋਈ ਨਹੀਂ, ਪਰ ਜਿਨ੍ਹਾਂ ਨੂੰ ਅਸੀਂ ਰੱਬ ਮੰਨਿਆ ਉਹਨਾਂ ਦੇ ਤਾਂ ਵੈਰੀ ਵੀ 50 ਸਨ ਸੰਸਾਰ ਦੇ ਅੰਦਰ, ਅਣਗਿਣਤ ਵੈਰੀ। ਕੋਈ ਤੀਰ ਕਮਾਨ ਲੈ ਕੇ ਉਹਨਾਂ ਨੂੰ ਮਾਰਨਾ ਚਾਹੁੰਦਾ, ਕੋਈ ਉਹਨਾਂ ਨੂੰ ਫਾਹੇ ਟੰਗਣਾ ਚਾਹੁੰਦਾ, ਕੋਈ ਉਹਨਾਂ ਦੀ ਚੀਜ਼ ਚੁੱਕ ਲੈਂਦਾ ਹੈ। ਔਰ ਉਹ ਰੱਬ ਰੋਂਦੇ ਵੀ ਨੇ, ਉਹ ਰੱਬ ਹੱਸਦੇ ਵੀ ਨੇ, ਉਹ ਮੁਸ਼ਕਿਲਾਂ ਵਿੱਚ ਵੀ ਫਸਦੇ ਨੇ, ਮੁਸ਼ਕਿਲਾਂ ਚੋਂ ਨਿਕਲਦੇ ਵੀ ਨੇ, ਉਹ ਜਸ਼ਨ ਵੀ ਕਰਦੇ ਨੇ, ਉਹ ਮਾਤਮ ਵੀ ਕਰਦੇ ਨੇ। ਸਤਿਗੁਰੂ ਨੇ ਇਹੀ ਫਰਕ ਸਾਨੂੰ ਸਮਝਾਇਆ ਹੈ। ਧੰਨ ਗੁਰੂ ਨਾਨਕ ਮਹਾਰਾਜ ਨੇ ਆਪਣੀ ਮੁਬਾਰਕ ਬਾਣੀ ਦੇ ਅੰਦਰ ਵੀ ਵੇਖਣਾ ਕਿਤੇ ਇਸ ਭਰਮ ਦਾ ਸ਼ਿਕਾਰ ਨਾ ਹੋ ਜਾਣਾ, ਸ਼ਬਦ ਬਾਰ-ਬਾਰ ਵਰਤਿਆ, ਤੂੰ ਸਦਾ ਸਲਾਮਤ ਨਿਰੰਕਾਰ। ਹੇ ਬਣਾਵਟ ਤੋਂ ਰਹਿਤ ਅਕਾਲ ਪੁਰਖ ਜੀ, ਤੂੰ ਤੇ ਸਦਾ ਹੀ ਕਾਇਮ ਰਹਿਣ ਵਾਲਾ ਹੈ। ਇਹ ਬਣਾਵਟਾਂ ਤਾਂ ਬਣਦੀਆਂ ਨੇ, ਉਸਰਦੀਆਂ ਨੇ, ਢਹਿ ਜਾਂਦੀਆਂ ਨੇ, ਤੇ ਜਿਹੜਾ ਇਹਨਾਂ ਨੂੰ ਭਗਵਾਨ ਮੰਨਣ ਦੇ ਚੱਕਰ ਵਿੱਚ ਪੈ ਜਾਂਦਾ ਹੈ, ਉਹਦਾ ਭਗਵਾਨ ਬਣਾਵਟ ਨਾਲ ਹੀ ਮਰ ਜਾਂਦਾ ਹੈ, ਕਿਉਂਕਿ ਬਣਾਵਟ ਪੁਰਾਣੀ ਹੁੰਦੀ ਹੈ। ਇਸ ਕਰਕੇ ਦਾਤਾਰ ਜੀ ਆਪਣੀ ਮੁਬਾਰਕ ਬਾਣੀ ਵਿੱਚ ਆਖਦੇ, ਭਾਵੇਂ ਕਿ ਸਾਰਾ ਸੰਸਾਰ ਦੋ ਹਿੱਸੇ ਮੰਨੇ ਨੇ ਧਾਰਮਿਕ ਫਿਲਾਸਫੀ ਨੇ ਇਸ ਚੀਜ਼ ਦੇ, ਇੱਕ ਹੈ ਨਿਰਗੁਣ, ਨਿਰਗੁਣ ਦਾ ਅਰਥ ਹੈ ਵੀ ਉਹਦਾ ਆਪਣਾ ਚੱਕਰ ਚੇਨ ਕੋਈ ਨਹੀਂ, ਉਹਦਾ ਆਪਣਾ ਰੂਪ ਰੰਗ ਬਣਾਵਟ ਕੋਈ ਨਹੀਂ। ਫਿਰ ਇਹ ਸੰਸਾਰ ਕੀ, ਇਹਨੂੰ ਕਿਹਾ ਵੀ ਉਹ ਇਹ ਸਾਰਾ ਜਿੰਨਾ ਵੀ ਦਿਸਦਾ ਪਸਾਰਾ ਹੈ ਨਾ, ਇਹ ਉਸ ਅਕਾਲ ਪੁਰਖ ਦਾ ਪੈਦਾ ਕੀਤਾ ਹੋਇਆ, ਇਸ ਕਰਕੇ ਇਹ ਉਸੇ ਦਾ ਹੀ ਹੈ, ਆਪਣਾ ਹੀ ਹੈ। ਜਦੋਂ ਇਹ ਸ਼ਬਦ ਵਰਤਦੇ ਨੇ ਉਦੋਂ ਤੁਸੀਂ ਆਰਤੀ ਵਾਲਾ ਸ਼ਬਦ ਪੜ੍ਹ ਕੇ ਵੇਖੋ, ਜਿਸ ਵਿੱਚ ਗੁਰੂ ਨਾਨਕ ਸਾਹਿਬ ਇਸ ਗੁੰਝਲ ਨੂੰ ਖੋਲਦੇ ਨੇ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਉ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬੇਨ, ਸਹਿਸ ਤਵ ਗੰਧ ਇਵ ਚਲਤ ਮੋਹੀ। ਫਿਰ ਅੱਗੇ ਜਾ ਕੇ ਕਹਿੰਦੇ, ਸਭ ਮਹਿ ਜੋਤ ਜੋਤ ਹੈ ਸੋਏ। ਇਹ ਸਾਰੇ ਪਸਾਰੇ ਨੂੰ ਮੈਂ ਤੇਰਾ ਰੂਪ ਕਿਉਂ ਆਖਿਆ? ਕਿਉਂਕਿ ਇਹਨਾਂ ਦੇ ਅੰਦਰ ਵੀ ਤੇਰਾ ਜੀਵਨ ਧੜਕਦਾ ਹੈ, ਇਹਨਾਂ ਦੇ ਅੰਦਰ ਵੀ ਤੇਰਾ ਵਜੂਦ ਹੈ। ਇਹ ਬਣਾਵਟ ਵੀ ਆਪਣੇ ਆਪ ਚੱਲ ਫਿਰ ਨਹੀਂ ਰਹੀ, ਇਹ ਬਣਾਵਟ ਵੀ ਵਿਕਾਸ ਆਪਣੇ ਆਪ ਨਹੀਂ ਕਰ ਰਹੀ, ਇਹ ਸੰਸਾਰ ਦਾ ਪਸਾਰਾ ਵੀ ਆਪਣੇ ਆਪ ਆਟੋਮੈਟਿਕਲੀ ਨਹੀਂ ਚੱਲ ਰਿਹਾ, ਇਹਦੇ ਵਿੱਚ ਵੀ ਤੇਰਾ ਪਾਇਆ ਹੋਇਆ ਜੀਵਨ ਹੈ, ਵਜੂਦ ਹੈ। ਇਸ ਕਰਕੇ ਸਾਰਾ ਕੁਝ ਜਿਉਂਦਾ ਜਾਗਦਾ ਹੈ। ਇਸ ਕਰਕੇ ਕਹੇ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ। ਚਾਨਣ ਦਾ ਅਰਥ ਹੈ ਜੀਵਨ ਦਾ ਪ੍ਰਕਾਸ਼, ਸਭ ਮਹਿ ਚਾਨਣ ਹੋਏ। ਫਿਰ ਅੱਗੇ ਜਾ ਕੇ ਆਖਦੇ, ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਿੱਖਿਆ ਦੇ ਮੁਤਾਬਕ ਇਸ ਪਸਾਰੇ ਨੂੰ ਚਲਾਉਣ ਵਾਲਾ, ਇਸ ਵਿੱਚ ਵਿਆਪਕ ਅਕਾਲ ਪੁਰਖ ਵਾਹਿਗੁਰੂ ਸਾਡੇ ਮਨ ਹਿਰਦੇ ਵਿੱਚ ਪ੍ਰਗਟ ਹੁੰਦਾ ਹੈ। ਜਦੋਂ ਮਨ ਹਿਰਦੇ 'ਚ ਪ੍ਰਗਟ ਹੁੰਦਾ, ਉਹਦਾ ਭਾਵ ਹੈ ਵੀ ਅਸੀਂ ਉਹਨੂੰ ਮਹਿਸੂਸ ਕਰਦੇ ਹਾਂ, ਆਪਣੇ ਜੀਵਨ ਵਿੱਚੋਂ ਵੀ, ਬਾਹਰੀ ਕੁਦਰਤ ਵਿੱਚੋਂ ਵੀ। ਤਾਈਓ ਫਿਰ ਗੁਰਬਾਣੀ ਆਖਦੀ ਹੈ, ਮੇਰੇ ਲਈ ਸੰਸਾਰ ਦੇ ਅੰਦਰ ਕੋਈ ਐਸਾ ਨਹੀਂ ਜਿਹੜਾ ਮੇਰੇ ਤੋਂ ਨੀਚ ਹੋਵੇ ਤੇ ਮੇਰੇ ਤੋਂ ਉੱਚ ਹੋਵੇ। ਮੈਨੂੰ ਤਾਂ ਐਵੇਂ ਲੱਗਦਾ ਸਾਰਾ ਪਸਾਰਾ ਉਸ ਅਕਾਲ ਪੁਰਖ ਵਾਹਿਗੁਰੂ। ਜਦੋਂ ਇਹ ਸ਼ਬਦ ਵਰਤਿਆ, ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੁੰਬਾਰੇ। ਜਦੋਂ ਘੜਨ ਵਾਲਾ ਗਲਤਫਹਿਮੀ ਦਾ ਸ਼ਿਕਾਰ ਨਹੀਂ, ਜਦੋਂ ਬਣਾਉਣ ਵਾਲਾ ਮੁਕੰਮਲ ਹੈ ਤੇ ਬਣਾਇਆ ਹੋਇਆ ਵੀ ਮੁਕੰਮਲ ਹੀ ਹੈ। ਸੋ ਸਾਡੀ ਅੱਖ ਜਿਹੜੀ ਹੈ ਉਹ ਆਪਣੇ ਦ੍ਰਿਸ਼ਟੀਕੋਣ ਨਾਲ ਅਸੀਂ ਵੇਖਦੇ ਹਾਂ, ਉਹ ਗੱਲ ਵੱਖਰੀ ਹੈ। ਪਰ ਜਦੋਂ ਧੰਨ ਗੁਰੂ ਨਾਨਕ ਮਹਾਰਾਜ ਇਸ ਸੰਸਾਰ ਵੱਲ ਝਾਤ ਪਾਉਂਦੇ ਨੇ, ਉਹਨਾਂ ਨੂੰ ਸਾਰੇ ਪਸਾਰੇ ਦੇ ਅੰਦਰ ਇੱਕੋ ਹੀ ਜੋਤ ਵਿਆਪਕ ਨਜ਼ਰ ਆਉਂਦੀ ਹੈ। ਉਹ ਇਸੇ ਕਰਕੇ ਉਹਨਾਂ ਨੇ ਇੱਕ ਓੰਕਾਰ ਤੋਂ ਆਪਣੇ ਉਪਦੇਸ਼ ਦੀ, ਆਪਣੀ ਵਿਚਾਰਧਾਰਾ ਦੀ ਆਰੰਭਤਾ ਕੀਤੀ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਪੂਰ ਰਹਿਓ ਸਰਬ ਮੈਂ, ਆਪ ਹੈ ਨਿਰਾਰੇ। ਆਪ ਤੂੰ ਉਹਨਾਂ ਦੇ ਪ੍ਰਭਾਵ ਤੋਂ ਵੱਖਰਾ ਹੈ, ਵਿਆਪਕ ਸਭਨਾ ਵਿੱਚ ਹੈ, ਜੀਵਨ ਤੇਰਾ ਹੀ ਹੈ ਸਭਨਾ ਦੇ ਅੰਦਰ। ਪਰ ਵਿਅਕਤੀਗਤ ਤੌਰ ਉਤੇ ਜੋ ਸਾਡੇ ਜੀਵਨ ਦੇ ਕਰਮ ਨੇ, ਉਹਨਾਂ ਕਰਮਾਂ ਦਾ ਤੇਰੇ ਨਾਲ ਕੋਈ ਸੰਬੰਧ ਨਹੀਂ। ਜਿਹੜੇ ਸਾਡੇ ਪ੍ਰਭਾਵ ਨੇ ਕਰਮਾਂ ਦੇ, ਉਹਨਾਂ ਕਰਮਾਂ ਦੇ ਪ੍ਰਭਾਵ ਤੋਂ ਤੂੰ ਮੁਕਤ ਹੈ, ਉਸ ਪ੍ਰਚਲਨ ਤੋਂ ਤੂੰ ਮੁਕਤ ਹੈ। ਨਿਰਲੇਪ ਜਿਹਨੂੰ ਕਿਹਾ, ਜਿਹਨੂੰ ਭਗਤ ਨਾਮਦੇਵ ਸਭ ਆਪਣੀ ਬਾਣੀ ਚ ਆਖਦੇ, ਬਸੈ ਘਟਾ ਘਟ ਲੀਪ ਨਾ ਛੀਪੈ, ਬੰਧਨ ਮੁਕਤਾ ਜਾਤ ਨਾ ਦੀਸੈ,
ਪਾਣੀ ਮਾਹੇ ਦੇਖ ਮੁਖ ਜੈਸਾ, ਨਾਮੇ ਕੋ ਸੁਆਮੀ ਬੀਠੂ ਲੈਸਾ। ਪਾਣੀ 'ਚ ਮੂੰਹ ਵੇਖਦੇ ਆ ਨਾ, ਪਾਣੀ ਦਾ ਬਰਤਨ ਭਰ ਕੇ ਉਹਦੇ ਵਿੱਚ ਆਪਣਾ ਚਿਹਰਾ ਵੇਖੀਏ, ਸਾਡੇ ਵਰਗਾ ਜਿਹੋ ਜਿਹਾ ਸਾਡਾ ਚਿਹਰਾ ਸੇਮ ਉਹਦਾ ਅਕਸ਼ ਸਾਨੂੰ ਉਸ ਪਾਣੀ ਦੇ ਵਿੱਚੋਂ ਵਿਖਾਈ ਦਿੰਦਾ ਹੈ। ਪਰ ਕਮਾਲ ਹੈ, ਅਕਸ਼ ਵਿਖਾਈ ਦਿੰਦਾ ਹੈ, ਪਰ ਸਾਡਾ ਚਿਹਰਾ ਤੇ ਪਾਣੀ ਨਾਲ ਨਹੀਂ ਨਾ ਭਿੱਜਦਾ। ਅਕਸ਼ ਤੇ ਵਿਖਾਈ ਦਿੰਦਾ ਹੈ ਪਾਣੀ ਦੇ ਅੰਦਰ, ਪਰ ਸਾਡਾ ਚਿਹਰਾ ਤੇ ਸੁੱਕੇ ਦਾ ਸੁੱਕਾ ਹੀ ਰਹਿ ਗਿਆ। ਭਾਵ ਪਾਣੀ 'ਚ ਉਹਦਾ ਅਕਸ਼ ਦਿਸਦਾ, ਸਾਡੀ ਹੀ ਹੋਂਦ ਪਾਣੀ ਦੇ ਵਿੱਚੋਂ ਝਲਕਾਰਾ ਦਿੰਦੀ ਹੈ, ਪਰ ਚਿਹਰਾ ਸਾਡਾ ਅਜੇ ਵੀ ਸੁੱਕਾ ਹੀ ਹੈ, ਕਿਉਂਕਿ ਅਸੀਂ ਵੇਖ ਰਹੇ ਹਾਂ ਤੇ ਵੇਖਦਿਆਂ ਹੋਇਆਂ ਵੀ ਸਾਡੇ ਵਰਗਾ ਚਿਹਰਾ ਪਾਣੀ 'ਚੋਂ ਦਿਸਦਿਆਂ ਹੋਇਆਂ ਵੀ ਸਾਡਾ ਚਿਹਰਾ ਸੁੱਕਾ ਰਹਿ ਜਾਂਦਾ, ਕਿਉਂਕਿ ਸਾਡਾ ਅਕਸ਼ ਪੈ ਰਿਹਾ, ਉਹਦੇ 'ਚ ਪ੍ਰਤੀਬਿੰਬ ਪੈ ਰਿਹਾ। ਇਹਨੂੰ ਸਤਿਗੁਰੂ ਮਹਾਰਾਜ ਆਖਦੇ ਨੇ ਵੀ ਅਕਸ਼ ਤੇ ਉਹਦਾ ਹੀ ਹੈ ਸਭਨਾਂ ਦੇ ਅੰਦਰ, ਘਾੜਤ ਤੇ ਉਸੇ ਦੀ ਹੈ ਸਾਰਿਆਂ ਦੇ ਅੰਦਰ, ਪਰ ਉਹਦੇ ਉੱਤੇ ਇਸ ਘਾੜਤ ਦੇ ਕੀਤੇ ਕਰਮ ਦਾ ਕੋਈ ਪ੍ਰਭਾਵ ਨਹੀਂ ਪੈਂਦਾ, ਕੋਈ ਪ੍ਰਭਾਵ ਨਹੀਂ ਇਸ ਘਾੜਤ ਦਾ, ਜੋ ਇਹ ਘਾੜਤ ਕਰ ਰਹੀ ਹੈ ਨਾ ਸੰਸਾਰ ਦੀ ਬਣਾਵਟ ਹੈ। ਇਸ ਕਰਕੇ ਦਾਤਾਰ ਜੀ ਆਖਦੇ ਨੇ, ਹਰ ਗੁਣ ਨਾਹੀ ਅੰਤ ਪਾਰੇ, ਹੇ ਹਰੀ ਹੇ ਅਕਾਲ ਪੁਰਖ, ਤੇਰੇ ਵਿੱਚ ਕਿੰਨੇ ਕੁ ਗੁਣ ਨੇ, ਇਹਨਾਂ ਦਾ ਅੰਤ ਨਹੀਂ, ਕੋਈ ਪਾਰਲਾ ਪਾਸਾ ਨਹੀਂ। ਭਾਵ ਤੂੰ ਗੁਣਾਂ ਦਾ ਖਜ਼ਾਨਾ ਹੈ, ਜਿਹਨੂੰ ਗੁਰੂ ਰਾਮਦਾਸ ਸਾਹਿਬ ਕਹਿੰਦੇ, ਹੇ ਅਕਾਲ ਪੁਰਖ ਵਾਹਿਗੁਰੂ, ਤੇਰੇ ਕਿਹੜੇ ਕਿਹੜੇ ਗੁਣ ਮੈਂ ਕਿਵੇਂ ਬਿਆਨ ਕਰਾਂ, ਕਿਵੇਂ ਕਥਨ ਕਰਾਂ, ਤੂੰ ਖੂਬੀਆਂ ਤੇ ਗੁਣਾਂ ਦਾ ਭੰਡਾਰ ਹੈ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਨਿਧਾਨ ਦਾ ਅਰਥ ਹੈ ਸੰਗ੍ਰਹਿ, ਖਜ਼ਾਨਾ। ਤੂੰ ਗੁਣਾਂ ਦਾ ਜ਼ਖੀਰਾ ਹੈ, ਗੁਣਾਂ ਦਾ ਭੰਡਾਰ ਹੈ। ਤੁਮਰੀ ਮਹਿਮਾ ਵਰਣ ਨਾ ਸਾਕੋ, ਵਰਣਨ ਵਿੱਚ ਨਹੀਂ ਲਿਆਂਦੀ ਜਾ ਸਕਦੀ। ਭਾਵ ਉਹਨੂੰ ਕਥਿਆ ਨਹੀਂ ਜਾ ਸਕਦਾ, ਉਹਨੂੰ ਲਿਖਿਆ ਨਹੀਂ ਜਾ ਸਕਦਾ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਉਹਨੂੰ ਸੰਪੂਰਨ ਰੂਪ ਵਿੱਚ ਕਿਹਾ ਨਹੀਂ ਜਾ ਸਕਦਾ। ਕਹਿਣ ਤੋਂ ਕਥਨ ਤੋਂ ਤੂੰ ਬਾਹਰਾ ਹੈ, ਕਹਿਣ ਤੇ ਕਥਨ ਵਿੱਚ ਮੁਕੰਮਲ ਨਹੀਂ ਹੋ ਸਕਦਾ ਤੂੰ। ਇਸ ਕਰਕੇ ਮੈਂ ਅਕਸਰ ਬੇਨਤੀ ਕਰਦਾ, ਸਵੇਰ ਦੇ ਦੀਵਾਨ ਵਿੱਚ ਵੀ ਇਹ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਉਹਦੀ ਹੋਂਦ ਨੂੰ ਸੰਪੂਰਨ ਰੂਪ ਵਿੱਚ ਕਹਿਣ ਵਿੱਚ ਕਿਵੇਂ ਬਿਆਨ ਕਰ ਦਿੱਤਾ ਜਾਏ, ਕਿਵੇਂ ਕਥਨ ਵਿੱਚ ਲੈ ਆਂਦਾ ਜਾਏ, ਆਰਗੂਮੈਂਟ ਦੇ ਨਾਲ ਕਿਵੇਂ ਉਹਦਾ ਪੂਰਨ ਰੂਪ ਵਿੱਚ ਬਿਆਨ ਹੋ ਸਕਦਾ ਹੈ। ਗੁਰਬਾਣੀ ਇੱਥੇ ਆ ਕੇ ਕਹਿੰਦੀ ਹੈ ਵੀ ਨਹੀਂ, ਅਗਰ ਇਹ ਹੁੰਦਾ ਮਨੁੱਖ ਦੇ ਵਸ ਵਿੱਚ ਤਾਂ ਸਿੱਧ ਕੀਤੀ ਜਾ ਸਕਦੀ, ਬੜਾ ਕੁਝ ਸਿੱਧ ਹੋ ਸਕਦਾ ਸੀ, ਪਰ ਮਨੁੱਖ ਆਪਣੇ ਜੀਵਨ ਨਾਲ ਸੰਬੰਧਿਤ ਗੱਲ ਹੀ ਜਿੰਨੀ ਕੁ ਉਹ ਆਪ ਹੰਡਾਉਂਦਾ ਹੈ, ਉਨੀ ਕੁ ਗੱਲ ਬਿਆਨ ਕਰਦਾ ਹੈ। ਜਿੰਨਾ ਕੁ ਅਜੇ ਉਹਦਾ ਤਜਰਬਾ ਹੀ ਨਹੀਂ, ਪ੍ਰੋਸੈਸ ਹੀ ਨਹੀਂ ਜਿਸ ਪਾਸੇ ਦਾ, ਉਹਨੂੰ ਕਿਵੇਂ ਕੁ ਬਿਆਨ ਕਰ ਸਕਦਾ ਹੈ। ਔਰ ਜੀਵਨ ਬੜੀ ਅਨੋਖੀ ਚੀਜ਼ ਹੈ, ਇਹਦੇ ਵਿੱਚ ਸਭੋ ਕੁਝ ਤੁਸੀਂ ਆਰਗੂਮੈਂਟ ਨਾਲ ਸਿੱਧ ਨਹੀਂ ਕਰ ਸਕਦੇ, ਸਭੋ ਕੁਝ ਤੁਸੀਂ ਸ਼ਬਦਾਂ ਨਾਲ ਬਿਆਨ ਨਹੀਂ ਕਰ ਸਕਦੇ। ਇਸ ਕਰਕੇ ਦਾਤਾਰ ਜੀ ਮੁਬਾਰਕ ਬਾਣੀ ਵਿੱਚ ਆਖਦੇ ਨੇ, ਜੀ ਜੰਤ ਸਭ ਥਾਰੇ। ਥਾਰੇ ਦਾ ਅਰਥ ਤੁਹਾਡੇ ਨੇ, ਜਿੰਨੇ ਵੀ ਇਹ ਜੀ ਨੇ, ਜੰਤ ਨੇ, ਜਿੰਨੀ ਵੀ ਇਹ ਮਨੁੱਖਾ ਸ਼੍ਰੇਣੀ ਹੈ, ਸਭ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੀ ਆਪਣੀ ਹੈ। ਇਸੇ ਕਰਕੇ ਧਰਮ ਦੇ ਇਸ ਤੱਤ ਨੂੰ ਗ੍ਰਹਿਣ ਕਰਨ ਵਾਲਾ, ਧਰਮ ਦੇ ਇਸ ਵਿਚਾਰ ਨੂੰ ਮੰਨਣ ਵਾਲਾ, ਇੱਕ ਰੱਬ ਤੇ ਟੇਕ ਰੱਖਣ ਵਾਲਾ ਜਦੋਂ ਸੰਸਾਰ ਵੱਲ ਝਾਤ ਮਾਰਦਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਉਹਨੂੰ ਕੋਈ ਬੇਗਾਨਾ ਨਜ਼ਰ ਹੀ ਨਹੀਂ ਆਉਂਦਾ, ਉਹਨੂੰ ਸਭ ਆਪਣੇ ਹੀ ਨਜ਼ਰ ਆਉਂਦੇ ਨੇ। ਤਾਈਓ ਤਾਂ ਉਹਦੀ ਦ੍ਰਿਸ਼ਟੀ ਦੇ ਅੰਦਰ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕਉ ਬਨ ਆਈ। ਤਾਈਓ ਤਾਂ ਉਹਦੀ ਦ੍ਰਿਸ਼ਟੀ ਦੇ ਅੰਦਰ ਏਕਲ ਮਾਟੀ ਕੁੰਜਰ ਚੀਂਟੀ ਭਾਂਜਨ ਹੈ, ਬਹੁ ਨਾ ਨਾਰੇ ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਮੇਰੇ ਚ ਬਾਕੀ ਲੋਕਾਂ ਚ ਇੱਕ ਹੀ ਜੋਤ ਹੈ। ਹੁਣ ਸਵਾਲ ਇਹ ਨਹੀਂ ਹੈ ਵੀ ਮੈਂ ਇਹ ਕਹਿੰਦਾ ਜਾਂ ਇਹ ਗੱਲ ਨੂੰ ਮੈਂ ਜਾਣਦਾ ਵੀ ਉਹ ਰੱਬ ਦੀ ਜੋਤ ਸਭਨਾ ਵਿੱਚ, ਇਹਨੂੰ ਮੈਂ ਜਿਉਂਦਾ ਇਸ ਤਰ੍ਹਾਂ ਕਿ ਮੇਰੇ ਅੰਦਰ ਕਿਸੇ ਦੇ ਲਈ ਨਫ਼ਰਤ ਨਹੀਂ ਰਹਿ ਗਈ। ਜਿਉਂਦਾ ਇਸ ਕਰਕੇ ਆ ਕਿ ਮੈਂ ਕਿਸੇ ਦਾ ਬੁਰਾ ਨਹੀਂ ਕਰ ਸਕਦਾ, ਕਿਉਂਕਿ ਮੈਨੂੰ ਲੱਗਦਾ ਹੈ ਵੀ ਮੇਰੇ ਜਿਹੀ ਹੀ ਤਕਲੀਫ ਦੂਜੇ ਨੂੰ ਹੋਏਗੀ। ਅਗਰ ਮੈਂ ਦੂਜੇ ਦੀ ਜ਼ਿੰਦਗੀ ਨੂੰ ਕਿਸੇ ਤਰ੍ਹਾਂ ਦੇ ਨਾਲ ਨਕਾਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਵੀ ਉਵੇਂ ਦਾ ਹੀ ਦਰਦ ਮਹਿਸੂਸ ਕਰੇਗਾ ਜਿਵੇਂ ਦਾ ਮੈਨੂੰ ਹੁੰਦਾ ਹੈ। ਜਿਵੇਂ ਦੀ ਘਾਟ ਮੈਨੂੰ ਮਹਿਸੂਸ ਹੁੰਦੀ ਹੈ ਦੂਜੇ ਨੂੰ ਵੀ ਹੋਏਗੀ, ਜਿਵੇਂ ਦਾ ਦਰਦ ਮੈਂ ਮਹਿਸੂਸ ਕਰਦਾ ਦੂਜੇ ਨੂੰ ਵੀ ਹੋਏਗਾ। ਔਰ ਜਦੋਂ ਕੋਈ ਮੇਰੇ ਨਾਲ ਚੰਗਾ ਵਿਹਾਰ ਕਰਦਾ ਤੇ ਤਸੱਲੀ ਹੁੰਦੀ ਹੈ, ਖੁਸ਼ੀ ਹੁੰਦੀ ਹੈ, ਮਨ ਨੂੰ ਸਕੂਨ ਮਿਲਦਾ ਹੈ। ਹੁਣ ਮੇਰੇ ਮਨ ਅੰਦਰ ਇਹ ਮਹਿਸੂਸ ਕਰਨ ਦੀ ਭਾਵਨਾ ਉੱਠੇ ਵੀ ਦੂਸਰੇ ਨੂੰ ਵੀ ਇਹੋ ਜਿਹਾ ਹੀ ਮਹਿਸੂਸ ਹੋਵੇ ਤੇ ਉਹਨੂੰ ਚੰਗਾ ਲੱਗੇਗਾ, ਤਾਂ ਕੋਸ਼ਿਸ਼ ਜਿਹੜੀ ਹੈ ਉਹ ਚੰਗੇ ਪਾਸੇ ਵੱਲ ਤੁਰ ਪਏਗੀ।
ਇਸੇ ਨੂੰ ਤਾਂ ਮਹਾਰਾਜ ਆਖਦੇ ਨੇ ਉਹਨੂੰ ਚੇਤੇ ਵਿੱਚ ਰੱਖ। ਚੇਤੇ 'ਚ ਰੱਖਣ ਦਾ ਹੀ ਭਾਵ ਹੈ ਵੀ ਉਹ ਗੁਣ ਜਿਹੜੇ ਨੇ ਨਾ ਰੱਬ ਦੇ, ਉਹਨਾਂ ਨੂੰ ਆਪਣੇ ਹਿਰਦੇ ਦੇ ਅੰਦਰ ਚਿਤਾਰਦਾ ਰਹਿ, ਤਾਂ ਹੀ ਤੂੰ ਸਹੀ ਅਰਥਾਂ 'ਚ ਇਨਸਾਨ ਬਣਿਆ ਰਹਿ ਸਕਦਾ। ਜਦੋਂ ਤੂੰ ਇਹਨਾਂ ਗੱਲਾਂ ਨੂੰ ਭੁੱਲ ਜਾਂਦਾ, ਇਹਨਾਂ ਦੀ ਪ੍ਰੈਕਟਿਸ ਛੁੱਟ ਜਾਂਦੀ ਏ, ਫਿਰ ਤੂੰ ਆਪਣੇ ਉਸੇ ਹੀ ਸੁਭਾਅ ਦੇ ਵਿੱਚ ਆ ਜਾਂਦਾ ਜਿਹੜਾ ਸੁਭਾਅ ਪਹਿਲਾਂ ਹੀ ਇਸ ਸੰਸਾਰ ਵਿੱਚ ਪ੍ਰੋਬਲਮ ਖੜੀ ਕਰਦਾ ਤੇਰੇ ਦੇ ਜੀਵਨ ਨੂੰ ਵੀ ਔਰ ਆਲੇ ਦੁਆਲੇ ਨੂੰ। ਪਰ ਸੰਸਾਰ ਬਹੁਤਾ ਗੌਰ ਕਰਨਾ ਡਿਸਟਰਬ ਤਾਂ ਹੈ, ਮੁਸ਼ਕਲਾਂ ਤਾਂ ਨੇ ਸੁਸਾਇਟੀ ਵਿੱਚ ਹੋਣ, ਸਾਡੇ ਜੀਵਨ 'ਚ ਹੋਣ, ਸਾਡੇ ਪਰਿਵਾਰਕ ਜੀਵਨ ਵਿੱਚ ਹੋਣ, ਜਿੱਥੇ ਵੀ ਹੈ ਨਾ, ਉੱਥੇ ਇਹੀ ਹੈ ਵੀ ਜਦੋਂ ਮਨੁੱਖ ਆਪਣੀ ਨਿੱਜ ਤੱਕ ਸੀਮਤ ਰਹਿ ਕੇ ਕੇਵਲ ਆਪਣੀ ਨਿੱਜ ਨੂੰ ਹੀ ਬਿਆਨ ਕਰਨ ਤੱਕ, ਨਿੱਜ ਨੂੰ ਹੰਢਾਉਣ ਤੱਕ ਸੀਮਤ ਹੈ, ਜਦੋਂ ਦੂਸਰੇ ਦੇ ਜੀਵਨ ਵੱਲ ਬੰਦਾ ਝਾਤ ਨਹੀਂ ਪਾਉਂਦਾ, ਉਸ ਵੇਲੇ ਪ੍ਰੋਬਲਮ ਖੜੀ ਕਰਦਾ ਹੈ। ਆਪਣੇ ਲਾਲਚ ਤੱਕ ਸੀਮਤ ਹੈ, ਆਪਣੇ ਸਵਾਰਥ ਤੱਕ ਸੀਮਤ ਹੈ, ਉਹਨੂੰ ਲੱਗਦਾ ਵੀ ਮੈਂ ਸੁਖੀ ਰਹਿਣਾ ਚਾਹੀਦਾ, ਬਾਕੀਆਂ ਦਾ ਕੀ ਹੈ। ਅਗਰ ਜੇ ਕਿਸੇ ਨੂੰ ਤਕਲੀਫ ਦੇ ਕੇ ਮੈਂ ਸੁਖੀ ਹੋਣਾ ਤੇ ਜਾਇਜ਼ ਹੈ, ਪਰ ਉਹ ਇਹ ਨਹੀਂ ਸੋਚਦਾ ਵੀ ਦੂਜਾ ਵੀ ਉਹੋ ਜਿਹਾ ਹੀ ਦਰਦ ਮਹਿਸੂਸ ਕਰਦਾ ਜਿਹੋ ਜਿਹਾ ਮੈਂ ਕਰਦਾ। ਧਰਮ ਮਨੁੱਖ ਨੂੰ ਨਿੱਜੀ ਤੌਰ ਤੇ ਉਸਾਰਦਾ ਹੈ, ਨਿੱਜੀ ਤੌਰ ਉੱਤੇ। ਇਹ ਠੀਕ ਹੈ, ਬਾਹਰੀ ਕਾਨੂੰਨ ਜਿਹੜੇ ਬਣੇ ਹੁੰਦੇ ਨੇ, ਨਿਯਮ ਬਣੇ ਹੁੰਦੇ ਨੇ, ਸਮਾਜਿਕ ਤੌਰ ਉੱਤੇ, ਸਰਕਾਰੀ ਤੌਰ ਉੱਤੇ ਬੰਦਾ ਉਹਨਾਂ ਨੂੰ ਫੋਲੋ ਕਰਦਾ, ਇੱਕ ਡਰ, ਇੱਕ ਖੌਫ ਰੱਖ ਕੇ, ਅਗਰ ਨਹੀਂ ਕਰਾਂਗਾ ਲੋਕ ਕੀ ਕਹਿਣਗੇ, ਨਹੀਂ ਕਰਾਂਗਾ ਕਾਨੂੰਨ ਦਾ ਸਜ਼ਾ ਦਾ ਭਾਗੀਦਾਰ ਬਣ ਸਕਦਾ। ਪਰ ਧਰਮ ਜਿਹੜਾ ਉਹ ਮਨੁੱਖ ਦੀ ਨਿੱਜੀ ਸ਼ਖਸੀਅਤ ਨੂੰ ਉਸਾਰਦਾ ਹੈ, ਔਰ ਉਹਦੀ ਸ਼ਖਸੀਅਤ ਦੀ ਉਸਾਰੀ ਕਰਨ ਵਾਸਤੇ ਧਰਮ ਇਹ ਗੱਲ ਕਹਿੰਦਾ ਹੈ ਵੀ ਤੈਨੂੰ ਉਸ ਸੱਤਾ ਨੂੰ ਮਹਿਸੂਸ ਕਰਨਾ ਚਾਹੀਦਾ, ਉਹਨੂੰ ਸਭਨਾਂ 'ਚ ਵਸਦਿਆਂ ਹੋਇਆਂ ਵੇਖਣਾ ਚਾਹੀਦਾ, ਇਹ ਸੰਸਾਰ ਨੂੰ ਰੱਬ ਦਾ ਘਰ ਸਮਝਣਾ ਚਾਹੀਦਾ। ਤੇ ਜਦੋਂ ਇਹ ਸੰਸਾਰ ਰੱਬ ਦਾ ਘਰ ਏ, ਜਿਵੇਂ ਤੂੰ ਇੱਕ ਧਰਮ ਸਥਾਨ ਦੀ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਦਿਨ ਰਾਤ ਕੋਸ਼ਿਸ਼ ਦੇ ਵਿੱਚ ਲੱਗਾ ਹੈ, ਲੋਕਾਂ ਨੂੰ ਦੱਸਦਾ ਹੈ ਵੀ ਇਸ ਧਰਮ ਸਥਾਨ ਦੀ ਇਹ ਨਿਯਮ ਨੇ, ਇਹ ਮਰਿਆਦਾ ਹੈ, ਇਹਨੂੰ ਤੋੜਨਾ ਨਹੀਂ ਹੈ। ਬਸ ਜੇ ਤੂੰ ਇਸ ਸਾਰੇ ਸੰਸਾਰ ਨੂੰ ਰੱਬ ਦਾ ਘਰ ਸਮਝੇ, ਫਿਰ ਸੰਸਾਰ ਦੀ ਮਰਿਆਦਾ ਵੀ ਨਹੀਂ ਟੁੱਟੇਗੀ। ਫਰਕ ਕੇਵਲ ਇੰਨਾ ਹੈ ਕਿ ਜਿੰਨਾ ਚਿਰ ਅਸੀਂ ਇੱਕ ਚਾਰ ਦੀਵਾਰੀ ਨੂੰ ਜਦੋਂ ਧਰਮ ਸਥਾਨ ਸਮਝਦੇ ਹਾਂ ਤੇ ਉਹਦੇ ਅਦਬ ਵਾਸਤੇ ਅਸੀਂ ਕੋਸ਼ਿਸ਼ ਵਿੱਚ ਲੱਗਦੇ ਹਾਂ ਵੀ ਇਹਦਾ ਅਦਬ ਕਾਇਮ ਰਹਿਣਾ ਚਾਹੀਦਾ, ਸਾਰਿਆਂ ਦੀ ਸਾਡੀ ਇਹ ਕੋਸ਼ਿਸ਼ ਹੁੰਦੀ ਹੈ। ਪਰ ਜਦੋਂ ਅਸੀਂ ਸਾਰੇ ਸੰਸਾਰ ਨੂੰ ਉਸ ਰੱਬ ਦਾ ਘਰ ਸਮਝਦੇ ਹਾਂ, ਫਿਰ ਸਮੁੱਚੇ ਸੰਸਾਰ ਦੀ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਜੀਵਨ ਦੀ ਇਹ ਘਟਨਾ ਜਦੋਂ ਅਸੀਂ ਪੜ੍ਹਦੇ ਹਾਂ ਨਾ, ਵੀ ਉਹਦੇ ਡੇਰੇ ਵਿੱਚ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਔਰ ਗੋਦਾਵਰੀ ਦੇ ਕੰਢੇ ਨਦੇੜ ਵਿੱਚ ਬਣਿਆ ਹੋਇਆ ਡੇਰਾ ਹੈ ਮਾਧੋ ਦਾਸ ਬੈਰਾਗੀ ਦਾ ਡੇਰਾ। ਉਹ ਡੇਰੇ ਵਿੱਚ ਨਹੀਂ, ਉਹਦੇ ਚੇਲੇ ਚਾਟੜੇ ਨੇ ਉੱਥੇ ਸਤਿਗੁਰੂ ਦੇ ਪਲੰਘ ਉੱਪਰ ਜਾ ਕੇ ਬੈਠ ਜਾਂਦੇ ਨੇ, ਜਿਹੜਾ ਕਿ ਇੱਕ ਖਾਸ ਕਿਸਮ ਦਾ ਬਣਾਇਆ ਜਿੱਥੇ ਉਹ ਬੈਠਿਆ ਕਰਦਾ। ਹੁਣ ਕੋਈ ਵੀ ਆਪੇ ਨੂੰ ਵਡਿਆਉਣ ਵਾਲਾ ਆਦਮੀ ਬਰਦਾਸ਼ਤ ਨਹੀਂ ਕਰਦਾ ਵੀ ਉਹਦੀ ਬਣਾਈ ਖਾਸ ਥਾਂ ਦੇ ਉੱਤੇ ਕੋਈ ਗੈਰ, ਕੋਈ ਦੂਸਰਾ ਆ ਕੇ ਉਸ ਜਗ੍ਹਾ ਤੇ ਬੈਠੇ। ਉਹਨਾਂ ਦੇ ਚੇਲਿਆਂ ਨੇ ਵੀ ਬਰਦਾਸ਼ਤ ਨਹੀਂ ਕੀਤਾ। ਸਤਿਗੁਰੂ ਨੇ ਉਹਦੇ ਬਗੀਚੇ ਦੇ ਵਿੱਚ ਸਿੱਖਾਂ ਨੇ ਘੋੜੇ ਬੰਨ੍ਹ ਦਿੱਤੇ ਨੇ, ਫੁੱਲ ਬੂਟੇ ਜਿਹੜੇ ਹਨ ਉਹ ਉੱਜੜ ਰਹੇ ਨੇ। ਇਹ ਸਾਰੀ ਖਬਰ ਸੋਏ ਜਾ ਕੇ ਮਿਲਦੀ ਏ ਮਾਧੋ ਦਾਸ ਬੈਰਾਗੀ ਨੂੰ। ਭੱਜਿਆ ਤੁਰਿਆ ਆਉਂਦਾ ਵੀ ਐਸਾ ਕੌਣ ਹੈ ਜਿਹੜਾ ਇਸ ਬੈਰਾਗੀ ਦੇ ਡੇਰੇ ਉੱਤੇ ਆ ਕੇ ਇਸ ਤਰ੍ਹਾਂ ਦਾ ਕਰਮ ਕਰਦਾ ਹੈ ਕਿ ਉਹਦੀ ਜਗ੍ਹਾ ਦੇ ਉੱਤੇ ਬੈਠ ਜਾਏ, ਉਹਦੇ ਬਗੀਚੇ ਨੂੰ ਇਸ ਤਰ੍ਹਾਂ ਉਜਾੜ ਦੇਵੇ। ਇੱਕ ਤਰ੍ਹਾਂ ਦੇ ਨਾਲ ਇੱਥੋਂ ਦਾ ਜੋ ਨਿਯਮ ਹੈ ਉਹਨੂੰ ਨਹੀਂ ਮੰਨ ਰਿਹਾ ਉਹ, ਕਿਉਂਕਿ ਹਰ ਆਦਮੀ ਸੋਚਦਾ ਇੱਥੋਂ ਦੀ ਜੋ ਮਰਿਆਦਾ ਹੈ ਉਹ ਇੰਪੋਰਟੈਂਟ ਹੈ, ਬਾਹਰ ਦਾ ਕੀ ਹੈ, ਜੋ ਮਰਜ਼ੀ ਹੁੰਦਾ ਰਹੇ। ਅਸੀਂ ਵੀ ਤਾਂ ਸੋਚਦੇ ਹਾਂ ਨਾ, ਪਰ ਗੌਰ ਕਰਨਾ ਇੱਥੇ ਤੇ ਕੇਵਲ ਸਿਖਾਉਣ, ਪ੍ਰੈਕਟਿਸ ਵਾਸਤੇ ਮਰਿਆਦਾ ਹੈ, ਅਪਲਾਈ ਤੇ ਬਾਹਰ ਹੀ ਹੋਣੀ ਹੈ ਜਾ ਕੇ। ਅਸੀਂ ਸੋਚਦੇ ਹਾਂ ਧਰਮ ਸਥਾਨ ਵਿੱਚ ਅਗਰ ਕੋਈ ਡਰੱਗ ਕਰਕੇ ਆਉਂਦਾ ਤੇ ਮਾੜੀ ਗੱਲ ਹੈ, ਨਿਸ਼ਚੈ ਹੀ ਮਾੜੀ ਗੱਲ ਹੈ, ਪਰ ਬਾਹਰ ਵੀ ਤੇ ਜਾਇਜ਼ ਨਹੀਂ ਨਾ। ਧਰਮ ਤੇ ਕਹਿੰਦਾ ਬਾਹਰ ਵੀ ਜਾਇਜ਼ ਨਹੀਂ, ਇੱਥੇ ਵੀ ਜਾਇਜ਼ ਨਹੀਂ, ਬਾਹਰ ਵੀ ਜਾਇਜ਼ ਨਹੀਂ, ਉੱਥੇ ਵੀ ਛੱਡ ਹੀ ਦੇਣੀ ਚਾਹੀਦੀ ਹੈ, ਕਿਉਂਕਿ ਉੱਥੇ ਵੀ ਮਰਿਆਦਾ ਹੀ ਟੁੱਟਦੀ ਹੈ। ਸਵਾਲ ਤੇ ਸਿਖਾਉਣ ਦਾ ਇੱਥੇ ਤਾਂ ਕੇਵਲ ਪ੍ਰੈਕਟਿਸ ਵਾਸਤੇ ਸੀ, ਉਹਨੂੰ ਅਪਲਾਈ ਬੰਦੇ ਨੇ ਜੀਵਨ 'ਚ ਕਰਨਾ ਸੀ। ਪਰ ਮੁਸ਼ਕਲ ਇਹ ਆਈ ਹੈ ਵੀ ਬੰਦੇ ਨੇ ਸੋਚਿਆ ਬਸ ਇਹ ਚਾਰ ਦੀਵਾਰੀ ਤੱਕ ਹੀ ਸਭ ਗੱਲਾਂ ਨੇ, ਇਹ ਤੋਂ ਬਾਹਰ ਤਾਂ ਅਸੀਂ ਆਪਣੇ ਰਾਹ ਤੇ ਆਪਣੀ ਮਰਜ਼ੀ ਨਾਲ ਉਵੇਂ ਹੀ ਤੁਰ ਸਕਦੇ ਹਾਂ ਜਿਵੇਂ ਪਹਿਲਾਂ ਚੱਲਦੇ ਸਨ। ਤੋ ਡਰੱਗ ਕਰਨ ਵਾਲਾ 40 ਸਾਲ ਗੁਰਦੁਆਰੇ ਆ ਕੇ ਵੀ ਡਰੱਗ ਹੀ ਕਰ ਰਿਹਾ, ਰਿਸ਼ਵਤ ਲੈਣ ਵਾਲਾ 40 ਸਾਲ ਗੁਰਦੁਆਰੇ ਹਾਜ਼ਰੀ ਭਰ ਕੇ ਵੀ ਰਿਸ਼ਵਤ ਲੈ ਰਿਹਾ, ਮੰਦਰ 'ਚ ਪੂਜਾ ਕਰਕੇ ਵੀ ਉਹਦੇ ਕਰਮ ਵਿੱਚ ਕੋਈ ਫਰਕ ਨਹੀਂ ਪਿਆ, ਮਸਜਿਦ 'ਚ ਨਮਾਜ਼ ਪੜ੍ਹ ਕੇ ਵੀ ਉੱਥੇ ਹੀ ਖੜਾ ਹੈ। ਕਾਰਨ ਇਹ ਵੀ ਉਹਨੇ ਇਸ ਗੱਲ ਨੂੰ ਅਸੈਪਟ ਕਰ ਲਿਆ ਵੀ ਇਹ ਚਾਰ ਦੀਵਾਰੀ ਹੀ ਰੱਬ ਦਾ ਘਰ ਹੈ। ਖਿਮਾ ਕਰਨਾ,
ਇੱਕ ਚਰਚ ਦੀ ਕੰਧ ਉੱਤੇ ਪੰਜਾਬ ਵਿੱਚ ਮੈਂ ਲਿਖਿਆ ਵੇਖਿਆ, ਪਰਮਾਤਮਾ ਦਾ ਘਰ। ਸ਼ਬਦ ਤੇ ਬੜਾ ਸੌਖਾ ਜਿਹਾ ਤੇ ਸਿੰਪਲ ਜਿਹਾ ਉਹਨਾਂ ਲਿਖ ਦਿੱਤਾ, ਆਪਾਂ ਸਭ ਮੰਨਦੇ ਹੀ ਆ ਨਾ। ਕਿੱਥੇ ਚੱਲੇ ਹੋ? ਰੱਬ ਦੇ ਘਰ ਹਾਜ਼ਰੀ ਭਰਨ ਚੱਲੇ ਆ। ਇਹ ਸ਼ਬਦ ਅਸੀਂ ਵਰਦੇ ਹਾਂ ਧਰਮ ਅਸਥਾਨ ਦੇ ਲਈ। ਉਸ ਸ਼ਬਦ ਨੂੰ ਪੜ੍ਹ ਕੇ ਵੇਖ ਕੇ ਇੱਕ ਗੱਲ ਤੇ ਮਹਿਸੂਸ ਹੋਈ ਵੀ ਬੰਦਾ ਬਹੁਤ ਚਾਤਰ ਏ। ਇਹ ਸੋਚਦਾ ਵੀ ਰੱਬ ਤੇ ਵਿਚਾਰਾ ਸੜਕ ਤੇ ਸੌਂਦਾ ਸੀ, ਬੇਘਰਾ ਸੀ, ਇਹ ਤਾਂ ਮੈਂ ਬੜਾ ਉਪਕਾਰ ਕੀਤਾ, 4 ਇੱਟਾਂ ਖੜੀਆਂ ਕਰ ਦਿੱਤੀਆਂ, ਰੱਬ ਨੂੰ ਰਹਿਣ ਲਈ ਘਰ ਬਣਾ ਕੇ ਦਿੱਤਾ, ਵਰਨਾ ਉਹਦੇ ਕੋਲ ਘਰ ਕਿੱਥੇ ਸੀ। ਇਸ ਕਰਕੇ ਨਿੱਕੀ ਜਿਹੀ ਬਿਲਡਿੰਗ ਬਣਾਉਂਦਾ ਹੈ, ਉਹਦੇ ਤੇ ਮੋਟਾ ਸਾਰਾ ਲਿਖ ਦਿੰਦਾ ਹੈ ਰੱਬ ਦਾ ਘਰ ਏ, ਵੀ ਮੈਂ ਰੱਬ ਨੂੰ ਘਰ ਬਣਾ ਕੇ ਦੇ ਰਿਹਾ। ਨਹੀਂ ਤੇ ਰੱਬ ਕੋਲ ਘਰ ਹੀ ਕਿੱਥੇ ਸੀ? ਤੁਸੀਂ ਸੋਚੋ। ਗੁਰੂ ਗ੍ਰੰਥ ਸਾਹਿਬ ਕਹਿੰਦੇ ਸਾਰਾ ਸੰਸਾਰ ਹੀ ਰੱਬ ਦਾ ਘਰ ਹੈ, ਤੇਰਾ ਹਿਰਦਾ ਵੀ, ਤੇਰਾ ਆਪਣਾ ਜੀਵਨ ਵੀ ਰੱਬ ਦਾ ਘਰ ਹੀ ਹੈ। ਇਹ ਸਰੀਰ ਉਹ ਘਟ ਦੇ ਅੰਦਰ ਮੌਜੂਦ ਹੈ, ਹਿਰਦੇ ਦੇ ਅੰਦਰ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਪਰ ਕਿਉਂਕਿ ਸਵਾਲ ਤੇ ਇਹ ਸੀ ਵੀ ਮਨੁੱਖ ਉਹਨੂੰ ਸਮਝਦਾ, ਇਸ ਲਈ ਧਰਮ ਸਥਾਨ ਦੀ ਜ਼ਰੂਰਤ ਪਈ ਵੀ ਸਤ ਸੰਗ ਧਰਮਸ਼ਾਲ ਵਿੱਚ ਆ ਕੇ ਗੁਰੂ ਦੀ ਬਾਣੀ ਦੇ ਮੁਤਾਬਕ ਅਸੀਂ ਉਹਦੀ ਪ੍ਰੈਕਟਿਸ ਕਰਦੇ, ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ। ਪਰ ਸਮਝਿਆ ਇਸ ਕਰਕੇ ਨਹੀਂ ਗਿਆ ਵੀ ਇੱਕ ਉਲਟਾ ਭੁਲੇਖਾ ਸੀ ਆਪਣੇ ਮਨ ਅੰਦਰ ਹੋਰ ਪਾੜ ਲਿਆ। ਉਹ ਇਹ ਸੀ ਵੀ ਬਸ ਇਹ 4 ਦੀਵਾਰੀ ਰੱਬ ਦਾ ਘਰ, ਇਹਦੋਂ ਬਾਹਰ ਰੱਬ ਹੈ ਹੀ ਨਹੀਂ। ਨਾ ਉਹ ਵੇਖਦਾ, ਨਾ ਉਹਦੇ ਨਾਲ ਕੋਈ ਸਾਡਾ ਸੰਬੰਧ ਹੈ। ਤੋ ਜਿਹੋ ਜੇ ਅਸੀਂ ਪਹਿਲਾਂ ਬਾਹਰ ਸਾਂ, ਉਹੋ ਜੇ ਅਸੀਂ ਇੱਥੋਂ ਜਾਣ ਤੋਂ ਬਾਅਦ ਹੀ ਹੋਵਾਂਗੇ। ਇਹੀ ਪ੍ਰੋਬਲਮ ਹੈ ਮਨੁੱਖ ਦੀ, ਵੀ ਉਹ ਧਾਰਮਿਕ ਨਹੀਂ ਬਣ ਸਕਿਆ। ਬਹੁਤੇ ਧਰਮ ਸਥਾਨਾਂ ਦੀ ਹਾਜ਼ਰੀ ਭਰਦਿਆਂ ਵੀ, ਬਹੁਤੇ ਧਰਮ ਸਥਾਨ ਉਸਾਰ ਕੇ ਵੀ ਉਹ ਆਪ ਧਰਮ ਤੋਂ ਵਾਂਝਾ ਰਹਿ ਗਿਆ, ਕਿਉਂਕਿ ਉਹਦੀ ਸਾਰੀ ਕੋਸ਼ਿਸ਼ ਕੁਝ ਲੰਬਾਈ ਤੇ ਚੌੜਾਈ ਦੇ ਵਿੱਚ ਬਣਾਏ ਧਰਮ ਸਥਾਨ ਦੇ ਵਿੱਚ ਧਾਰਮਿਕ ਮਰਿਆਦਾ ਬਹਾਲ ਰੱਖਣ ਦੀ ਹੀ ਸਾਰੀ એનર્ਜੀ ਲਾ ਰਿਹਾ। ਆਪਣੇ ਜੀਵਨ ਨੂੰ, ਬਾਹਰ ਦੀ ਸੁਸਾਇਟੀ ਨੂੰ ਉਹ ਬਿਲਕੁਲ ਇੱਕ ਸਾਈਡ ਤੇ ਰੱਖਦਾ ਹੈ ਵੀ ਉਹਦੀ ਤੇ ਲੋੜ ਹੀ ਕੋਈ ਨਹੀਂ ਨਾ, ਸਭ ਇੱਥੇ ਹੀ ਹੋਣਾ ਚਾਹੀਦਾ ਜੋ ਹੋਣਾ ਚਾਹੀਦਾ। ਇਸੇ ਕਰਕੇ ਲੋਕ ਕਹਿੰਦੇ ਨੇ ਕਿ ਧਰਮ ਸਥਾਨ ਉੱਤੇ ਆਹ ਨਹੀਂ ਹੋਣਾ ਚਾਹੀਦਾ, ਉਹ ਨਹੀਂ ਹੋਣਾ ਚਾਹੀਦਾ। ਨਿਸ਼ਚੈ ਹੀ ਧਰਮ ਦੇ ਅਸਥਾਨ ਦੀ ਆਪਣੀ ਮਰਿਆਦਾ, ਕਿਉਂਕਿ ਇੱਥੋਂ ਤੇ ਧਰਮ ਸਿਖਾਇਆ ਜਾਣਾ, ਇੱਥੇ ਤੇ ਬਿਲਕੁਲ ਹੀ ਨਹੀਂ ਹੋਣਾ ਚਾਹੀਦਾ। ਪਰ ਸਵਾਲ ਇਹ ਵੀ ਕੀ ਇਹ ਬਾਹਰ ਵੀ ਹੋਣਾ ਚਾਹੀਦਾ? ਜਿਨ੍ਹਾਂ ਗੱਲਾਂ ਦੀ ਇੱਥੇ ਰੋਕ ਹੈ, ਕੀ ਇਹ ਬਾਹਰ ਜਾਇਜ਼ ਨੇ? ਬਿਲਕੁਲ ਨਹੀਂ। ਹੁਣ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਖਦੇ ਨੇ ਇਹ ਜਿਤਨਾ ਵੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਨੇ, ਜੰਤ ਨੇ, ਇਹ ਸਭ ਤੇਰੇ ਆਪਣੇ ਬਣਾਏ ਹੋਏ ਨੇ, ਤੇਰੇ ਪੈਦਾ ਕੀਤੇ ਹੋਏ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਾਣ ਬੁੱਝ ਕੇ ਹੀ ਉਸ ਦੇ ਪਲੰਘ ਉੱਤੇ ਬੈਠੇ ਨੇ। ਉਹਦੀ ਰਿਸਪੈਕਟ ਘਟਾਉਣ ਦਾ ਇਰਾਦਾ ਨਹੀਂ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਨਾ ਹੀ ਕੋਈ ਉਜਾੜਾ ਕਰਨ ਦਾ ਇਰਾਦਾ ਹੈ। ਪਰ ਇੱਕ ਗੁੰਝਲ ਵੱਜੀ ਹੋਈ ਉਸ ਬੰਦੇ ਦੇ ਮਨ ਅੰਦਰ, ਹੁਣ ਕੌਣ ਖੋਲੇ? ਉਹ ਤਾਂ ਗੁਰੂ ਹੀ ਖੋਲੇਗਾ ਨਾ। ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਵੀ ਜਦੋਂ ਦਵਾਈ ਨਾਲ, ਸਿੱਧਾ ਮੈਡੀਸਨ ਨਾਲ ਰੋਗ ਸੂਤ ਨਹੀਂ ਆਉਂਦਾ ਤੇ ਫਿਰ ਡਾਕਟਰ ਆਪਰੇਸ਼ਨ ਕਰਦਾ। ਹੁਣ ਆਪਰੇਸ਼ਨ ਕਰਨਾ ਇੱਕ ਪ੍ਰਕਿਰਿਆ ਤੇ ਆਪਰੇਸ਼ਨ ਦੀ ਤਕਲੀਫ ਵੀ ਹੈ ਤੇ ਤਕਲੀਫ ਦੇਣੀ ਪਏਗੀ ਜੇ ਤੁਸੀਂ ਦੂਜੇ ਨੂੰ ਠੀਕ ਕਰਨਾ ਹੈ। ਉਹਨੂੰ ਠੀਕ ਕਰਨ ਵਾਸਤੇ ਤਾਂ ਤਕਲੀਫ ਦੇਣੀ ਪਏਗੀ ਨਾ। ਤੋ ਇਹ ਤਕਲੀਫ ਹੀ ਇੱਕ ਤਰ੍ਹਾਂ ਦੀ ਮਾਧੋ ਦਾਸ ਵੈਰਾਗੀ ਵਰਗੇ ਇਨਸਾਨ ਲਈ ਵੀ ਉਹਦੀ ਜਗ੍ਹਾ ਤੇ ਆ ਕੇ ਕੋਈ ਧੱਕੇ ਨਾਲ ਬਹਿ ਜਾਏ, ਉਹਦੇ ਬਾਗ ਵਿੱਚ ਆਪਣੀ ਮਨ ਮਰਜ਼ੀ ਨਾਲ ਆਪਣੇ ਘੋੜੇ ਛੱਡ ਦੇਵੇ, ਜਿਹੜੇ ਇੱਕ ਮਿਹਨਤ ਦੇ ਨਾਲ ਲਾਇਆ ਗਿਆ, ਬੂਟੇ ਖਰਾਬ ਹੋ ਰਹੇ ਨੇ, ਉਹ ਆਪਣੇ ਸਾਥੀਆਂ ਨਾਲ ਦੌੜਿਆ ਚੱਲਿਆ ਆਉਂਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨਾਲ ਕੁਝ ਨਿੱਜੀ ਵਾਰਤਾਲਾਪ ਹੁੰਦਾ ਹੈ। ਉਹ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਹਿਲਾਂ ਵੀ ਜਾਣਦਾ, ਕਿਉਂਕਿ ਹਰਿਦੁਆਰ ਵਿੱਚ ਇਤਿਹਾਸਕਾਰ ਕਹਿੰਦੇ ਨੇ ਇੱਕ ਮਿਲਣੀ ਪਹਿਲਾਂ ਵੀ ਮਾਧੋ ਦਾਸ ਵੈਰਾਗੀ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹੋ ਚੁੱਕੀ ਹੈ। ਖੈਰ, ਜਾਣ ਪਛਾਣ ਮੁਕੰਮਲ ਹੋ ਜਾਣ ਤੋਂ ਬਾਅਦ ਉਹਦਾ ਪ੍ਰਸ਼ਨ ਸੀ, ਤੁਸਾਂ ਮੇਰਾ ਬਾਗ ਉਜਾੜਿਆ। ਇਹ ਸ਼ੋਭਾ ਦੇਣ ਵਾਲੀ ਗੱਲ ਨਹੀਂ, ਇਹ ਤੁਸਾਂ ਠੀਕ ਨਹੀਂ ਕੀਤਾ, ਔਰ ਮੇਰੀ ਜਗ੍ਹਾ ਤੇ ਤੁਸੀਂ ਆ ਕੇ ਜ਼ਬਰਦਸਤੀ ਬਹਿ ਗਏ ਹੋ, ਜਦੋਂ ਕਿ ਮੇਰੇ ਚੇਲਿਆਂ ਨੇ ਤੁਹਾਨੂੰ ਦੱਸਿਆ ਵੀ ਹੈ। ਸਤਿਗੁਰੂ ਜੀ ਇੱਕੋ ਹੀ ਗੱਲ ਦਾ ਉਹਦੇ ਕੋਲੋਂ ਉੱਤਰ ਜਵਾਬ ਮੰਗਦੇ ਨੇ। ਹਜ਼ੂਰ ਆਖਦੇ ਨੇ, ਇੰਨਾ ਕੁ ਦਾਇਰਾ ਹੈ ਤੇਰੇ ਡੇਰੇ ਦਾ, ਤੇਰੀ ਜਗ੍ਹਾ ਦੇ ਉੱਤੇ ਆ ਕੇ ਜ਼ਬਰਦਸਤੀ ਕੋਈ ਬੈਠਦਾ ਹੈ ਤੇ ਤੇਰੇ ਮਨ 'ਚ ਖਲਬਲੀ ਮਚਦੀ ਹੈ। ਇਹਨਾਂ 4 ਕੁ ਬੂਟਿਆਂ ਨੂੰ ਕੋਈ ਪਸ਼ੂ ਖਾ ਜਾਂਦਾ ਹੈ, ਇੰਨਾ ਕੁ ਨਿੱਕਾ ਜਿਹਾ ਬਗੀਚਾ ਉੱਜੜ ਜਾਂਦਾ ਹੈ, ਤੈਨੂੰ ਤਕਲੀਫ ਪਹੁੰਚਦੀ ਹੈ। ਜ਼ਰਾ ਕ ਅੰਦਾਜ਼ਾ ਮਾਰ, ਜ਼ਰਾ ਕ ਧਿਆਨ ਨਾਲ ਵੇਖ ਆਲੇ ਦੁਆਲੇ ਵਾਲਾ, ਔਰ ਅੰਦਾਜ਼ਾ ਲਾ ਵੀ ਇਹ ਮਨੁੱਖਤਾ ਦੀ, ਰੱਬ ਦੀ ਪੈਦਾ ਕੀਤੀ ਫੁਲਵਾੜੀ ਰੋਜ਼ ਤੇਰੀਆਂ ਅੱਖਾਂ ਸਾਹਮਣੇ ਉੱਜੜਦੀ ਹੈ, ਉਦੋਂ ਤੇਰੇ ਮਨ ਅੰਦਰ ਖਲਬਲੀ ਕਿਉਂ ਨਹੀਂ ਮਚਦੀ? ਜਦੋਂ ਧੱਕੇ ਨਾਲ ਇੱਕ ਆਦਮੀ ਆਪਣੀ ਤਾਕਤ ਨਾਲ
ਜ਼ਾਲਮਾਨਾ ਸੁਭਾਅ ਰੱਖ ਕੇ ਦੂਸਰੇ ਦੇ ਹੱਕਾਂ ਨੂੰ ਜ਼ਬਰਦਸਤੀ ਖੋਹ ਲੈਂਦਾ ਹੈ, ਉਦੋਂ ਤੇਰੇ ਮਨ ਅੰਦਰ ਕੋਈ ਹਲਚਲ ਕਿਉਂ ਨਹੀਂ ਹੁੰਦੀ? ਸਵਾਲ ਤੇ ਮੋੜਾ ਦੇਣ ਦੀ ਸੀ ਨਾ ਗੱਲ ਨੂੰ, ਨਿੱਕੇ ਦਾਇਰੇ ਚੋਂ ਕੱਢ ਕੇ ਗੁਰੂ ਨੂੰ ਵੱਡੇ ਦਾਇਰੇ 'ਚ ਲੈ ਆਉਂਦਾ। ਦੁਨੀਆ ਤੋਂ ਬਿਲਕੁਲ ਕਿਨਾਰਾ ਕਰ ਚੁੱਕਿਆ, ਆਪਣੀ ਪੂਜਾ ਤੇ ਪ੍ਰਤਿਸ਼ਠਾ ਦੇ ਚੱਕਰ ਵਿੱਚ ਉਲਝ ਚੁੱਕਿਆ, ਇੱਕ ਨਿੱਕੇ ਜਿਹੇ ਸਥਾਨ ਦੀ ਮਰਿਆਦਾ ਤੱਕ ਸੀਮਤ ਹੋ ਚੁੱਕਿਆ ਬੰਦਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਉਹਦੇ ਮਨ ਦੀਆਂ ਗੁੰਝਲਾਂ ਨੂੰ ਖੋਲ ਦਿੱਤਾ ਹੈ, ਉਹਨੂੰ ਚੇਤਾ ਕਰਾਇਆ ਵੀ ਇਹਦੋਂ ਵੀ ਬਾਹਰ ਇੱਕ ਮਰਿਆਦਾ ਹੈ ਜਿਹਦਾ ਘਾਣ ਹੋ ਰਿਹਾ, ਇਹਦੋਂ ਵੀ ਬਾਹਰ ਇੱਕ ਫੁਲਵਾੜੀ ਹੈ ਜਿਹੜੀ ਰੋਜ਼ ਉੱਜੜ ਰਹੀ ਹੈ, ਉਹਨੂੰ ਸਮਝੇ ਤੂੰ ਰੱਬ ਵਾਲਾ ਹੈ ਤੇ ਤੇਰੀ ਡਿਊਟੀ ਬਣ ਗਈ ਹੈ ਬਹੁਤ ਵੱਡੀ। ਜੇ ਤੂੰ ਰੱਬ ਵਾਲਾ ਹੈ ਨਾ ਤੇ ਤੇਰੀ ਡਿਊਟੀ ਬਣ ਗਈ ਹੈ। ਰੱਬ ਦੇ ਘਰ ਦੀ ਮਰਿਆਦਾ ਨੂੰ ਕੌਣ ਕਾਇਮ ਰੱਖੇਗਾ? ਤੇ ਰੱਬ ਦਾ ਘਰ ਕੱਲਾ ਤੇਰਾ ਡੇਰਾ ਹੀ ਨਹੀਂ ਹੈ, ਰੱਬ ਦਾ ਘਰ ਸਾਰੀ ਮਨੁੱਖਤਾ ਹੈ, ਸਾਰੀ ਸੁਸਾਇਟੀ ਹੈ ਜਿਸ ਵੱਲ ਤੂੰ ਨਜ਼ਰ ਮਾਰਦਾ ਹੈ। ਔਰ ਗੌਰ ਕਰਨਾ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਇਸ ਉਲਝਣ ਜਿਹੜੀ ਸਤਿਗੁਰਾਂ ਨੇ ਉਹਦੇ ਅੰਦਰ ਦੀ ਉਲਝਣ ਸੀ ਨਾ, ਉਹਨੂੰ ਸੁਲਝਾ ਦਿੱਤਾ। ਇਸ ਸੁਲਝੇ ਹੋਏ ਪਣ ਚੋਂ ਬੰਦਾ ਸਿੰਘ ਬਹਾਦਰ ਦਾ ਜਨਮ ਹੁੰਦਾ ਹੈ। ਸੱਜਣ ਅੱਜ ਵੀ ਉਸ ਨੂੰ ਕਹਿੰਦੇ ਨੇ ਬੰਦਾ ਵੀਰ ਬੈਰਾਗੀ, ਇਹ ਸ਼ਬਦ ਵਰਦੇ ਨੇ ਕਈ ਚਾਲਬਾਜ਼ ਲੋਕ। ਉਹਨਾਂ ਦੀ ਕੋਸ਼ਿਸ਼ ਹੈ ਵੀ ਉਹਨੂੰ ਵੈਰਾਗੀ ਸਿੱਧ ਕਰੀਏ, ਪਰ ਉਹਨਾਂ ਦੇ ਕਲਮਾਂ ਦੀਆਂ ਝਰੀਟਾਂ ਜਿਹੜੀਆਂ ਨੇ ਨਾ, ਉਹ ਇੱਕ ਆਈਡੈਂਟੀਟੀ ਨੂੰ, ਇੱਕ ਪਛਾਣ ਨੂੰ ਮਿਟਾ ਨਹੀਂ ਸਕਦੀਆਂ, ਜਿਹੜੀ ਪਛਾਣ ਉਹ ਆਪਣੇ ਖੂਨ ਨਾਲ ਆਪਣੀ ਲਿਖ ਗਿਆ। ਜਿਹੜੇ ਉਹਨੇ ਕਰਮ ਕੀਤੇ ਨੇ ਨਾ, ਉਹਨੂੰ ਉਹ ਵੈਰਾਗੀ ਹੁਣ ਸਾਬਤ ਨਹੀਂ ਕਰ ਸਕਦੇ ਕਿਸੇ ਵੀ ਲਹਿਜ਼ੇ ਨਾਲ। ਸਵਾਲ ਕੇਵਲ ਇੰਨਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹਨੂੰ ਯਾਦ ਕਰਵਾਇਆ ਵੀ ਤੇਰੀ ਭਾਵਨਾ ਮਾੜੀ ਨਹੀਂ, ਵੀ 4 ਬੂਟੇ ਪੁੱਟੇ ਗਏ, ਉਜੜ ਗਏ, ਤੈਨੂੰ ਤਕਲੀਫ ਪਹੁੰਚੀ ਹੈ, ਪਰ ਇਹ ਵੀ ਖਿਆਲ ਕਰ ਜੇ ਤੇਰੇ ਸਾਹਮਣੇ ਬਹੁਤ ਵੱਡਾ ਬਾਗ ਉਜੜਦਾ ਹੋਵੇ ਤੇ 4 ਬੂਟਿਆਂ ਦੀ ਕਿੰਨੀ ਕੁ ਵਕਤ ਰਹਿ ਜਾਂਦੀ ਹੈ। ਰੋਜ਼ ਮਨੁੱਖ ਦੇ ਹੱਕਾਂ ਨੂੰ ਕੋਹ ਕੇ ਖਤਮ ਕਰ ਰਿਹਾ ਹੋਵੇ, ਧੱਕੇ ਨਾਲ ਉਹਦੇ ਹੱਕ ਖੋਹ ਰਿਹਾ ਹੋਵੇ, ਤੇ ਤੇਰੇ ਇਸ ਪਲੰਗੇ ਦੀ ਕਿੰਨੀ ਕੁ ਵਕਤ ਰਹਿ ਜਾਂਦੀ ਹੈ। ਜਿਹੜੀ ਅੱਗ ਤੂੰ ਦੂਰ ਗੁਆਂਢੀਆਂ ਦੇ ਘਰ ਲੱਗੀ ਹੋਈ ਵੇਖਦਾ ਹੈ ਨਾ, ਇਹਦਾ ਸੇਕ ਤੇਰੇ ਘਰ ਤੱਕ ਪਹੁੰਚਦਿਆਂ ਕੋਈ ਬਹੁਤਾ ਸਮਾਂ ਨਹੀਂ ਲੱਗਣਾ। ਇਸ ਕਰਕੇ ਆਪਣਾ ਬੰਨ ਨੂੰ ਪਹਿਲਾਂ ਬੰਨਣਾ ਚਾਹੀਦਾ। ਭਾਈ ਗੁਰਦਾਸ ਜੀ ਆਖਦੇ ਉਸ ਬੰਦੇ ਨੂੰ ਕਿਵੇਂ ਸਿਆਣਾ ਆਖਿਆ ਜਾਏ ਜਿਹੜਾ ਗੁਆਂਢੀ ਦੇ ਘਰ ਦੀ ਲੱਗੀ ਹੋਈ ਅੱਗ ਨੂੰ ਵੇਖ ਕੇ ਬੜਾ ਹੀ ਬੇਖਬਰ ਜਿਹਾ ਵੇਖੀ ਜਾਂਦਾ ਹੈ ਤਮਾਸ਼ਾ। ਜਦੋਂ ਅੱਗ ਆਪਣੇ ਘਰ ਨੂੰ ਲੱਗਦੀ ਏ ਉਦੋਂ ਨੂੰ ਭਾਂਡਾ ਵੀ ਨਹੀਂ ਲੱਭਦਾ ਪਾਣੀ ਪਾਉਣ ਵਾਸਤੇ, ਕਿਉਂਕਿ ਉਹਨੇ ਪਹਿਲਾਂ ਹੀ ਕੋਈ ਤਿਆਰੀ ਨਹੀਂ ਰੱਖੀ ਵੀ ਇਹ ਅੱਗ ਤਾਂ ਮੇਰੇ ਵੱਲ ਨੂੰ ਵੀ ਆ ਸਕਦੀ ਹੈ ਨਾ, ਇਹਦੀ ਤਾਂ ਕੋਈ ਹੱਦ ਨਹੀਂ। ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਸਗਲ ਕੋ ਦਾਤਾ, ਸਭਨਾਂ ਨੂੰ ਦਾਤਾਂ ਦੇਣ ਵਾਲਾ ਉਹ ਦਾਤਾਰ ਹੈ। ਇੱਕ ਹੈ ਅਲਖ ਮੁਰਾਰੇ, ਅਲਖ ਦਾ ਅਰਥ ਜਿਹਨੂੰ ਲਖਿਆ ਨਾ ਜਾ ਸਕੇ, ਜਿਹਦੀ ਹੋਂਦ ਨੂੰ ਮੁਕੰਮਲ ਰੂਪ ਵਿੱਚ ਬਿਆਨ ਕਰਨ ਦੀ ਬੁੱਧ ਕਿਸੇ ਪਾਸ ਨਹੀਂ। ਉਹ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦਾ ਦਾਤਾ ਹੈ, ਜਿਸ ਨੂੰ ਬਾਣੀ ਚ ਮਹਾਰਾਜ ਕਹਿੰਦੇ ਨੇ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜਿਸ ਨੂੰ ਕਹੇ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦਿੰਦੇ ਟੋਟ ਨਾ ਆਵਈ ਅਗਨਤ ਭਰੇ ਭੰਡਾਰ। ਉਸ ਨੂੰ ਇੱਕੋ ਦਾਤਾਰ ਕਰਕੇ ਬਾਣੀ ਦੇ ਵਿੱਚ ਕਿਹਾ, 2 ਜਾਂ 3 ਨਹੀਂ। ਹਾਂ, ਮਨੁੱਖ ਆਪਣੀ ਮਰਜ਼ੀ ਨਾਲ ਦਾਤਿਆਂ ਦੀ ਘਾੜਤ ਘੜਦਾ ਰਹਿੰਦਾ, ਔਰ ਉਹ ਦਾਤੇ ਭਿਖਾਰੀ ਵੀ ਬੜੀ ਛੇਤੀ ਬਣਦੇ ਨੇ। ਸਾਰੀ ਮਨੁੱਖਤਾ ਦਾ ਇਤਿਹਾਸ ਉਹਨਾਂ ਦਾਤਿਆਂ ਦੇ ਭਿਖਾਰੀ ਬਣਨ ਦੀ ਗਾਥਾ ਕਹਿੰਦਾ ਹੈ। ਗੁਰੂ ਮਹਾਰਾਜ ਆਖਦੇ ਨੇ, ਆਪ ਹੀ ਧਾਰਨ ਧਾਰੇ, ਆਪ ਹੀ ਸਾਰੀ ਕੁਦਰਤ ਨੂੰ ਤੂੰ ਆਸਰਾ ਦੇਣ ਵਾਲਾ। ਧਾਰੇ ਦਾ ਅਰਥ ਹੈ ਆਸਰਾ ਦੇਣ ਵਾਲਾ, ਆਧਾਰ ਦੇਣ ਵਾਲਾ। ਕੁਦਰਤ ਹੈ ਦੇ ਖਾਰੇ, ਤੂੰ ਕੁਦਰਤ ਵਿੱਚੋਂ ਦਿਸਦਾ ਹੈ। ਆਪਣੀ ਕੁਦਰਤ ਵਿੱਚੋਂ ਹੀ ਤੇਰੇ ਦੀਦਾਰ ਕੀਤੇ ਜਾ ਸਕਦੇ ਨੇ, ਤੈਨੂੰ ਵੇਖਿਆ ਜਾ ਸਕਦਾ। ਭਾਵ ਤੂੰ ਮਹਿਸੂਸ ਹੁੰਦਾ ਹੈ ਤੇ ਕੁਦਰਤ ਵੱਲ ਮੁੱਖ ਕਰਕੇ, ਕੁਦਰਤ ਤੋਂ ਮੁੱਖ ਮੋੜ ਕੇ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਵਰਨ ਚਿਹਨ ਨਾਹੀ ਮੁਖ ਨਾ ਮਸਾਰੇ। ਵਰਨ ਦਾ ਅਰਥ ਹੁੰਦਾ ਹੈ ਰੰਗ, ਚਿਹਨ ਦਾ ਅਰਥ ਹੁੰਦਾ ਹੈ ਬਣਾਵਟ, ਸਰੀਰ ਦੀ ਬਣਾਵਟ। ਮੁਖ ਦਾ ਅਰਥ ਮੂੰਹ ਤੇਰਾ ਕੋਈ ਨਹੀਂ, ਮਸਾਰੇ ਦਾ ਅਰਥ ਤੇਰੀ ਕੋਈ ਦਾੜੀ ਮੁੱਛ ਵੀ ਨਹੀਂ। ਭਾਵ ਇਹ ਵੀ ਤੇਰੀ ਕੋਈ ਮਨੁੱਖਾਂ ਵਰਗੀ ਆਇਡੈਂਟੀਟੀ ਪਛਾਣ ਨਹੀਂ ਹੈ, ਤੇਰਾ ਕੋਈ ਸਰੀਰਕ ਵਜੂਦ ਨਹੀਂ ਹੈ। ਇਸੇ ਕਰਕੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਥਾਪਿਆ ਨਾ ਜਾਏ, ਕੀਤਾ ਨਾ ਹੋਏ। ਲੋਕ ਆਪਣੀ ਹੁਨਰ ਨਾਲ, ਆਪਣੀ ਕਲਾ ਨਾਲ ਮਿੱਟੀ ਦਾ ਬੁੱਤ, ਪੱਥਰ ਦਾ ਬੁੱਤ ਬਣਾਉਂਦੇ ਨੇ ਤੇ ਕਹਿੰਦੇ ਨੇ ਕੀ ਹੈ, ਕੀ ਬਣਾਇਆ? ਕਹਿੰਦੇ ਭਗਵਾਨ ਦੀ ਪ੍ਰਤਿਮਾ ਬਣਾਈਏ, ਇਹ ਭਗਵਾਨ ਹੈ। ਭਗਵਾਨ ਨੂੰ ਮਨੁੱਖ ਬਣਾਉਂਦਾ ਹੈ, ਭਗਵਾਨ ਨੂੰ ਇਨਸਾਨ ਘੜਦਾ ਹੈ। ਚਾਹੇ ਉਹਦਾ ਨੱਕ ਲੰਬਾ ਕਰ ਦੇਵੇ, ਚਾਹੇ ਛੋਟਾ ਕਰੇ, ਤਾਂ ਬਣਾਉਣ ਵਾਲੇ ਦੇ ਹੱਥ ਵਿੱਚ ਹੈ ਨਾ ਕਲਾ। ਉਹਨੇ ਜਿਵੇਂ ਦਾ ਉਹਨੂੰ ਲੱਗਿਆ
ਔਰ ਗੌਰ ਕਰਨਾ, ਤਸਵੀਰ ਬਣਨ ਤੋਂ, ਬਣਾਉਣ ਤੋਂ ਪਹਿਲਾਂ ਚਿੱਤਰਕਾਰ ਆਪਣੇ ਦਿਮਾਗ ਵਿੱਚ ਤਸਵੀਰ ਘੜ ਲੈਂਦਾ, ਫਿਰ ਉਹਨੂੰ ਬਾਹਰ ਬਣਾਉਂਦਾ। ਜਦੋਂ ਕੋਈ ਬੁੱਤ ਘੜਦਾ ਹੈ ਨਾ, ਮੂਰਤ ਬਣਾਉਂਦਾ ਹੈ, ਤੇ ਮੂਰਤ ਦੀ ਸਭ ਤੋਂ ਪਹਿਲੀ ਤਸਵੀਰ ਉਹਦੇ ਦਿਮਾਗ 'ਚ ਬਣਦੀ ਹੈ ਵੀ ਕੈਸਾ ਹੋਣਾ ਚਾਹੀਦਾ, ਵੈਸਾ ਹੀ ਉਹ ਬਾਹਰ ਕੱਢ ਦਿੰਦਾ। ਤੋ ਜਿਸ ਨੂੰ ਮਨੁੱਖ ਦੀ ਕਲਪਨਾ ਸ਼ਕਤੀ ਘਟਦੀ ਹੈ ਉਹ ਭਗਵਾਨ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸੇ ਕਰਕੇ ਕਹਿੰਦੇ ਨੇ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹਨੂੰ ਸਹਿ ਭੰਗ ਸ਼ਬਦ ਨਾਲ ਮੰਗਲਾਚਰਨ ਵਿੱਚ ਸਤਿਗੁਰੂ ਬਿਆਨ ਕਰਦੇ ਨੇ। ਹਜ਼ੂਰ ਆਖਦੇ ਨੇ, ਬਰਨ ਚਿਹਨ ਨਾਹੀ ਮੁਖ ਨਾਮ ਸਾਰੇ, ਅਖੀਰ ਉੱਪਰ ਆਖਦੇ ਨੇ, ਜਨ ਨਾਨਕ ਭਗਤ ਤੇਰਾ ਸੇਵਕ ਤੇਰਾ ਪਿਆਰਾ ਮੇਰਾ ਹਜ਼ੂਰ ਗੁਰੂ ਨਾਨਕ ਸਾਹਿਬ ਦਰ ਤੁਲ ਤੇਰੇ ਦਰ ਤੇ ਪ੍ਰਵਾਨ ਹੋਇਆ। ਬ੍ਰਹਮ ਸੰਸਰ ਤੇਰੇ ਗੁਣਾਂ ਨੂੰ ਕਮਾ ਕੇ ਤੇਰਾ ਹੀ ਰੂਪ ਹੋ ਗਿਆ। ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ। ਏਕ ਜੀ ਕਿਆ ਬਖਾਨੈ, ਮੇਰੀ ਇੱਕ ਜ਼ੁਬਾਨ ਤੇਰੇ ਨਾਲ ਇੱਕ ਸੁਰ ਹੋਏ। ਉਸ ਮਹਾਨ ਸ਼ਖਸੀਅਤ ਦੀ ਜਿਹਨੇ ਮੈਨੂੰ ਇਹ ਉਪਰੋਕਤ ਗੁਣ ਦੱਸੇ ਨੇ ਤੇਰੇ, ਉਹਦੇ ਅਤੇ ਤੇਰੇ ਗੁਣਾਂ ਦਾ ਕੀ ਵਰਣਨ ਕਰ ਸਕਦੀ ਹੈ। ਹਾਂ ਕਿ ਬਲ 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 ਸਦ ਬਲਿਹਾਰ, ਮੈਂ ਤੇਰੇ ਵਜੂਦ ਤੇਰੀ ਹਸਤੀ ਤੋਂ ਔਰ ਉਸ ਗੁਰੂ ਨਾਨਕ ਮਹਾਰਾਜ ਦੀ ਮਹਾਨ ਸ਼ਖਸੀਅਤ ਤੋਂ ਸਦਾ ਹੀ ਸਦਕੇ ਬਲਿਹਾਰ ਔਰ ਕੁਰਬਾਨ ਜਾਂਦਾ ਹਾਂ। ਸਤਿਗੁਰੂ ਦਾਤਾਰ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਸਭਨਾਂ ਦਾ ਧੰਨਵਾਦ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।